ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪੰਜਾਬ ਦੇ ਦੋ ਵੱਡੇ ਚਿਹਰੇ ਡਾਕਟਰ ਐਸਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਔਰ ਇਹਨਾਂ ਦੇ ਨਾਲ ਨੇ ਪ੍ਰੋਫੈਸਰ ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਦੋਵੇਂ ਮਹਾਰਥੀ ਨੇ, ਦੋਨੇ ਅਕਾਦਮਿਕ ਖੇਤਰ ਦੇ ਤਾਂ ਹੈ ਹੀ ਆ, ਸਿਆਸੀ ਸੋਚ ਵੀ ਚੰਗੀ ਰੱਖਦੇ। ਦੋਨਾਂ ਨੂੰ ਜੀ ਆਇਆਂ। ਸ਼ੁਕਰੀਆ। ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦਾ ਰਾਜਨੀਤਿਕ ਦ੍ਰਿਸ਼ ਤੇਜ਼ੀ ਨਾਲ ਬਦਲ ਰਿਹਾ। ਕਾਂਗਰਸ ਦੀ ਹਾਈ ਕਮਾਂਡ ਜਿਹੜੀ ਕੱਲ ਤੱਕ ਦੁਬਦਾ ਚ ਸੀ, ਅੱਜ ਉਹ ਕਲੈਰਿਟੀ ਵਾਲੇ ਪਾਸੇ ਤੁਰ ਪਈ ਆ। ਸੁਰਜੇਵਾਲ ਦਾ ਬਿਆਨ ਬਹੁਤ ਵੱਡੇ ਅਰਥ ਰੱਖਦਾ ਪੰਜਾਬ ਦੀ ਰਾਜਨੀਤੀ ਨੂੰ ਸਮਝਣ ਦੇ ਵਿੱਚ, ਜਦੋਂ ਉਹ ਕਹਿੰਦੇ ਆ ਕਿ ਸਾਡਾ ਚਿਹਰਾ ਚੰਨੀ ਹੀ ਹੋਣਗੇ, ਨਾਲ ਸਿੱਧੂ ਹੋਣਗੇ। ਲੇਕਿਨ ਦੂਜੇ ਬੰਨੇ ਜੋ ਨੈਸ਼ਨਲ ਬਿਰਤਾਂਤ ਸਿਰਜਿਆ ਜਾ ਰਿਹਾ, ਕੌਮੀ ਪੱਧਰ ਤੇ ਕਾਂਗਰਸ ਜੋ ਸੁਨੇਹਾ ਦੇ ਰਹੀ ਹੈ, ਉਹ ਇਹ ਕਹਿ ਰਹੀ ਹੈ ਕਿ ਮੋਦੀ ਸੁਣ ਲੈ, ਨੱਡਾ ਸੁਣ ਲੈ, ਸੁਖਬੀਰ ਬਾਦਲ ਸੁਣ ਲੈ, ਮਾਇਆਵਤੀ ਸੁਣ ਲੈਣ, ਅਸੀਂ ਪਹਿਲਾ ਦਲਿਤ ਮੁੱਖ ਮੰਤਰੀ ਬਣਾਤਾ। ਉਹ ਬ੍ਰੈਕਟਾਂ ਦੇ ਵਿੱਚ, ਇਨਵਰਟਡ ਕੌਮਾਂ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਦਲਿਤ ਮੁੱਖ ਮੰਤਰੀ ਬਣਾਤਾ। ਅਸੀਂ ਦੋ ਹੋਰ ਮੁੱਖ ਮੰਤਰੀ ਐਸੇ ਬਣਾਏ ਆ ਜਿਹੜੇ ਇਸ ਤਰ੍ਹਾਂ ਦੀਆਂ ਸ਼੍ਰੇਣੀਆਂ ਦੇ ਵਿੱਚੋਂ ਆਉਂਦੇ ਆ, ਜਿਹੜੇ ਬੈਕਵਰਡ ਕਲਾਸਿਸ ਚੋਂ ਆਉਂਦੇ। ਉਹ ਰਾਜਸਥਾਨ ਦੀ ਗੱਲ ਕਰਦੇ ਆ, ਛੱਤੀਸਗੜ੍ਹ ਦੀ ਗੱਲ ਕਰਦੇ ਆ। ਲੇਕਿਨ ਇੱਕ ਮੈਸੇਜ ਬੜਾ ਕਲੀਅਰ ਆ, ਜਦੋਂ ਮਾਇਆਵਤੀ ਕਹਿੰਦੇ ਕਿ ਇਹ ਤਾਂ ਮਜ਼ਾਕ ਹੈ, ਦਲਿਤਾਂ ਨਾਲ 3 ਮਹੀਨੇ ਲਈ ਤੁਸੀਂ ਮੁੱਖ ਮੰਤਰੀ ਬਣਾਤਾ ਹੈ। ਲੇਕਿਨ ਉਹ ਇਹ ਕਾਂਗਰਸ ਦਾ ਰੂਪ ਨਵਾਂ ਸਪਸ਼ਟੀਕਰਨ ਪਹਿਲੀ ਵਾਰੀ ਹਰੀਸ਼ ਰਾਵਤ ਜਦੋਂ ਸਿੱਧੂ ਨੂੰ ਚਿਹਰੇ ਵਜੋਂ ਅੱਗੇ ਪੇਸ਼ ਕਰ ਦਿੰਦੇ ਆ, ਔਰ ਉਦੋਂ ਕਾਂਗਰਸ ਦਾ ਇਹ ਰੂਪ। ਦੂਜਾ ਪਹਿਲੂ ਮੈਂ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰੂੰਗਾ ਦੋਨਾਂ ਮਹਾਰਥੀਆਂ ਕੋਲੋਂ ਕਿ ਚੰਨੀ ਦੀ ਜਿਹੜੀ ਬਾਡੀ ਲੈਂਗੁਏਜ ਔਰ ਚੰਨੀ ਦਾ ਜਿਹੜਾ ਲਹਿਜਾ ਹੈ, ਮੈਨੂੰ ਤਾਂ ਡਾਕਟਰ ਸਾਹਿਬ ਇੱਕ ਵਾਰੀ ਪ੍ਰੋਫੈਸਰ ਬਲਕਾਰ ਸਿੰਘ ਇਹ ਵੀ ਯਾਦ ਆ ਗਿਆ, ਜਦੋਂ ਕਹਿੰਦੇ ਕਿ ਮੇਰੀਆਂ ਕੰਧਾਂ ਕੱਚੀਆਂ ਸੀ ਤੇ ਮੈਨੂੰ ਆਪਣਾ ਉਬਾਲੇ ਵਾਲੀ ਛੱਤ ਵਾਲਾ ਜਦੋਂ ਕਿਤੇ 2-3 ਦਿਨ ਝੜੀ ਲੱਗ ਜਾਣੀ ਤੇ ਤ੍ਰਿਪ ਕਰਕੇ ਸਾਰੇ ਦਾ ਸਾਰਾ ਚੋਣ ਲੱਗ ਪੈਂਦਾ ਹੁੰਦਾ ਸੀ। ਛੱਤ ਕਿੰਨੀ ਵੀ ਸੋਹਣੀ ਹੁੰਦੀ ਸੀ, ਭਾਵੇਂ ਫਿਰ ਥਾਂ ਨਹੀਂ ਸੀ ਲੱਭਦੀ ਹੁੰਦੀ ਵੀ ਕਿੱਥੇ ਇੱਕ ਸਿਰ ਲਕਾਈਏ। ਲੇਕਿਨ ਠੀਕ ਹੈ, ਆਮ ਆਦਮੀ ਦੀ ਜ਼ਿੰਦਗੀ ਪੰਜਾਬ 'ਚ ਇਸ ਪੀੜ੍ਹੀ ਦੀ ਲਗਭਗ ਇੱਕੋ ਜਿਹੀ ਰਹੀ ਹੈ। ਅੱਜ ਲੋੜ ਆ ਕਿ ਪੰਜਾਬ ਵਿਕਾਸ ਕਰਾਇਆ, ਪਰ ਸਾਡੇ ਬੱਚੇ ਇੱਥੇ ਰਹਿਣਾ ਹੀ ਨਹੀਂ ਚਾਹੁੰਦੇ, ਬਾਹਰ ਨੂੰ ਭੱਜੀ ਜਾਂਦੇ ਆ ਤੇ ਮੁੜਨਾ ਵੀ ਨਹੀਂ ਚਾਹੁੰਦਾ। ਬੜੇ ਵੱਡੇ ਮਸਲੇ ਆ। ਅੱਜ ਸ਼ਾਮ ਦੀ ਕੈਬਨਿਟ ਮੀਟਿੰਗ ਦੇ ਵਿੱਚ 8 ਵਜੇ 300 ਯੂਨਿਟ ਬਿਜਲੀ ਮਾਫ ਹੋ ਜਾਊਗੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਅੱਜ ਉਹ ਪਾਣੀ ਦੇ ਬਿੱਲਾਂ ਦੀ ਵੀ ਮਾਫੀ ਦੇ ਦੇਣਗੇ। ਮੈਨੂੰ ਲੱਗਦਾ ਨਸ਼ੇ ਤੇ ਵੀ SIT ਬਣ ਜਾਊਗੀ। ਹੋਰ ਵੀ ਬਹੁਤ ਸਾਰੇ ਫੈਸਲੇ ਆਉਣ ਵਾਲੇ ਆ। ਲੇਕਿਨ ਕੁੱਲ ਮਿਲਾ ਕੇ ਗੱਲ ਇੱਥੇ ਕਿ ਜਦੋਂ ਵਰਗਾਂ ਦੀ ਰਾਜਨੀਤੀ, ਉਦੋਂ ਅਕਾਲ ਤਖਤ ਦੇ ਜਥੇਦਾਰ ਵੀ ਵਿੱਚ ਕੁੱਦ ਪੈਂਦੇ ਆ ਕਿ ਸਿੱਖਾਂ ਦੇ ਵਿੱਚ ਇਸ ਖਿੱਤੇ 'ਚ ਐਸੀ ਕੋਈ ਰਵਾਇਤ ਹੀ ਨਹੀਂ। ਲੇਕਿਨ ਸਭ ਤੋਂ ਪਹਿਲਾਂ ਡਾਕਟਰ SP ਸਿੰਘ, ਮੈਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੂੰ ਇੱਕ ਐਸਾ ਮੁੱਖ ਮੰਤਰੀ ਮੰਨ ਲਵਾਂ ਜਿਸ ਤਰ੍ਹਾਂ ਦੀ ਕਿਆਸ ਰਾਈ ਲੋਕ ਕਰਦੇ ਸੀ ਕਿ ਉਹ ਰਿਮੋਟ ਤੇ ਚੱਲਣਗੇ। ਮੈਨੂੰ ਲੱਗਦਾ ਉਹ ਸਭ ਤੋਂ ਤਾਕਤਵਰ ਹੋਣਗੇ। ਜੜ੍ਹਾਂ ਤੋਂ ਜੁੜੇ ਬੰਦੇ ਜਦੋਂ ਇਸ ਤਰੀਕੇ ਨਾਲ ਅੱਗੇ ਵੱਧਦੇ ਆ ਤਾਂ ਬਹੁਤੀ ਵਾਰੀ ਉਹ ਰਿਮੋਟ ਨਾਲ ਨਹੀਂ ਚੱਲਦੇ। ਜਿਹੜਾ ਬੰਦਾ ਕਹਿੰਦਾ ਹੈ ਕਿ ਆਪਣੇ ਦਫ਼ਤਰਾਂ 'ਚੋਂ ਕੰਮ ਕਰਨਾ ਪਊਗਾ, ਥਾਣਿਆਂ 'ਚ ਮੁਨਸ਼ੀਆਂ ਦੀ ਗੱਲ ਪਹਿਲੇ ਦਿਨ ਕਰਦਾ ਹੈ, ਜਦੋਂ ਉਹ ਵਿਅਕਤੀ ਆਮ ਬੰਦੇ ਦੀ ਗੱਲ ਕਰਨ ਲੱਗਿਆ, ਇਹਦਾ ਮਤਲਬ ਹੈ ਕਿ ਉਹ ਆਮ ਲੋਕਾਂ 'ਚ ਰਹਿ ਕੇ 3 ਮਹੀਨੇ ਦੇ ਵਿੱਚ ਇੱਕ ਉਦਾਹਰਨ ਸੈੱਟ ਕਰਨ ਦੀ ਕੋਸ਼ਿਸ਼ ਕਰੂਗਾ। ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦਾ ਨਵਾਂ ਮੁੱਖ ਮੰਤਰੀ ਕਿਹੜੀ ਦਿਸ਼ਾ ਨੂੰ ਜਾ ਰਿਹਾ? ਸਭ ਤੋਂ ਪਹਿਲਾਂ ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਸਭ ਤੋਂ ਪਹਿਲਾਂ ਤੇ ਇਹ ਮੰਨ ਲੈਣਾ ਚਾਹੀਦਾ ਹੈ ਕਿ ਇੱਕ ਸਧਾਰਨ ਪਰਿਵਾਰ ਨਾਲ ਸੰਬੰਧਿਤ ਇੱਕ ਲਿਆਕਤ ਵਾਲਾ, ਜਿਹਨੇ ਆਪਣੀ ਮਿਹਨਤ ਨਾਲ ਵੱਖ-ਵੱਖ ਡਿਗਰੀਆਂ ਵੀ ਪ੍ਰਾਪਤ ਕੀਤੀਆਂ ਨੇ ਤੇ ਇੱਥੇ ਤੱਕ ਪਹੁੰਚਿਆ ਹੈ, ਉਹ ਅੱਜ ਜਿਹੜਾ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਬਣਿਆ। ਲੇਕਿਨ ਇਹਦੇ ਨਾਲ ਹੀ ਇੱਕ ਜ਼ਰੂਰ ਗੱਲ ਹੈ ਕਿ ਨਿਰੀ ਗੱਲ ਦਲਿਤ 'ਚ ਨਹੀਂ ਕਹਿਣੀ ਚਾਹੀਦੀ। ਉਹਦੀ ਸਮਰੱਥਾ ਔਰ ਉਹਦੀ ਡੈਡੀਕੇਸ਼ਨ ਜਿਹੜੀ ਕਾਂਗਰਸ ਦੀ ਹੈ, ਔਰ ਉਹਦੇ ਜਿਹੜੇ ਨੇ ਐਜ਼ ਏ ਮਿਨਿਸਟਰ ਜਿਹੜੇ ਉਹਦੇ ਕੰਮ ਕਰਨ ਦੀ ਸਮਰੱਥਾ ਹੈ, ਉਹਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਜਦੋਂ ਅਸੀਂ ਕਾਸਟ ਦੀ ਰਾਜਨੀਤੀ ਸ਼ੁਰੂ ਕਰਾਂਗੇ, ਉਹਦਾ ਸਾਡੇ ਪੰਜਾਬ ਦੇ ਸਿਨੇਰੀਓ ਦੇ ਵਿੱਚ ਜਿਹੜੇ ਨੇ ਉਹ ਇਫੈਕਟ ਜਿਹੜੇ ਨੇ ਉਹ ਹੋਰ ਪੈਂਦੇ ਨੇ। ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਜੋ ਲੱਗਦਾ ਹੈ ਕਿ ਚੰਨੀ ਜਿਹੜਾ ਹੈ ਉਹ ਆਪਣੇ ਆਪ ਵਿੱਚ ਸਮਰੱਥ, ਇੱਕ ਵਿਚਾਰਵਾਨ ਔਰ ਚੰਗਾ ਪ੍ਰਸ਼ਾਸਕ ਜਿਹੜਾ ਹੈ ਉਹ ਬਣਦਾ ਹੈ। ਔਰ ਜਿਹੜਾ ਵੀ ਚੰਗਾ ਪ੍ਰਸ਼ਾਸਕ ਬਣਦਾ ਹੈ, ਬੇਸ਼ੱਕ ਦੇਖਣ ਨੂੰ ਉਹ ਬੜਾ ਸਧਾਰਨ ਲੱਗੇ, ਲੇਕਿਨ ਉਹਦੇ ਅੰਦਰ ਇੱਕ ਜਜ਼ਬਾ ਹੁੰਦਾ ਹੈ, ਉਹਦੇ ਅੰਦਰ ਇੱਕ ਜਿਹੜੀ ਹੈ ਉਹ ਪ੍ਰਤੀਬੱਧਤਾ ਹੁੰਦੀ ਹੈ, ਜਿਹਦਾ ਪ੍ਰਗਟਾਵਾ ਹੁੰਦਾ ਹੈ। ਮੈਨੂੰ ਇਹ ਗੱਲ ਯਾਦ ਹੈ ਕਿ ਜਿਸ ਵੇਲੇ ਪੰਡਤ ਨਹਿਰੂ ਉਹਨਾਂ ਦੀ ਜਿਹੜੀ ਸੀ ਉਹ ਮ੍ਰਿਤੂ ਹੋਈ ਸੀ, ਤੇ ਉਸ ਵੇਲੇ ਬੜਾ ਵੱਡਾ ਖਲਾਅ ਪੈਦਾ ਹੋਇਆ ਸੀ। ਤੇ ਜਿਹੜੇ ਪਾਵਰਫੁਲ ਸਾਰੇ ਲੀਡਰ ਸਨ ਕਾਂਗਰਸ ਦੇ ਉਸ ਵੇਲੇ, ਉਹ ਸਾਰੇ ਆਪੋ 'ਚ ਕਿਸੇ ਕੰਸੈਂਸਸ ਤੇ ਨਹੀਂ ਸੀ ਆਉਂਦੇ। ਤੇ ਗੱਲ ਇੱਕੋ ਹੋਈ ਕਿ ਸਭ ਤੋਂ ਸਾਦਾ ਤੇ ਸਭ ਤੋਂ ਕਮਜ਼ੋਰ ਬੰਦੇ ਨੂੰ ਪ੍ਰਾਈਮ ਮਿਨਿਸਟਰ ਬਣਾ ਦਿਓ ਤਾਂ ਕਿ ਅਸੀਂ ਉਹਨੂੰ ਡਿਕਟੇਟ ਕਰਦੇ ਰਹਾਂਗੇ। ਔਰ ਉਹਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਨੂੰ ਜਿਹੜਾ ਹੈ ਉਹ ਬਣਾਇਆ ਗਿਆ। ਔਰ ਕੁਲਦੀਪ ਨਈਅਰ ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਕਿਤਾਬ ਹੈ ਬਿਟਵੀਨ ਦਾ ਲਾਈਨਸ, ਉਹਦੇ 'ਚ ਉਹਨੇ ਕਿਹਾ ਕਿ ਜਿਸ ਵੇਲੇ ਸਹੁੰ ਚੁੱਕ ਕੇ ਲਾਲ ਬਹਾਦਰ ਸ਼ਾਸਤਰੀ ਘਰ ਆਏ ਤੇ ਉਹਨਾਂ ਨੇ ਸਾਰੇ ਜਿਹੜੇ ਆਲੇ ਦੁਆਲੇ ਚੋਰੀ ਚੁਕਾਏ ਸਨ ਜਾਂ ਬਾਕੀ ਲੀਡਰ ਸਨ, ਉਹਨਾਂ ਨੂੰ ਕਿਹਾ ਤੁਸੀਂ ਜਾਓ, ਹੁਣ ਮੈਂ ਜਿਹੜਾ ਹੈ ਉਹ ਆਰਾਮ ਕਰਨਾ।
ਉਹਨਾਂ ਨੂੰ ਹੂੰ ਭੇਜ ਕੇ ਆਪਣੇ ਪੁੱਤਰ ਨਾਲ ਤੇ ਇੱਕ ਪੀਏ ਦੇ ਨਾਲ ਬੈਠ ਕੇ ਉੱਥੇ ਸਾਰੀ ਕੈਬਨਿਟ ਦੀ ਜਿਹੜੀ ਹੈ ਸਾਰਾ ਕੰਮ ਜਿਹੜਾ ਉਹਨੇ ਕੀਤਾ, ਔਰ ਉਹਨੇ ਫਿਰ ਇੰਡੀਪੈਂਡੈਂਟ ਇੱਕ ਆਪਣਾ ਇਮੇਜ ਵੀ ਬਣਾਇਆ। ਔਰ ਭਾਵੇਂ ਉਹ ਜਿਹੜੀ ਹੈ ਉਹ ਪਾਕਿਸਤਾਨ ਨਾਲ ਲੜਾਈ ਵੀ ਛਿੜੀ ਉਹਦੇ ਵਿੱਚ ਵੀ, ਔਰ ਉਸ ਨੇ ਉਸ ਗੱਲ ਨੂੰ ਆਪਣੀ ਸਮਰੱਥਾ ਨਾਲ ਕੀਤਾ। ਜੇ ਇਹੀ ਐਗਜ਼ਾਮਪਲ ਜਿਹੜੀ ਹੈ ਅਸੀਂ ਚੰਨੀ ਉਹਨਾਂ ਤੇ ਰੱਖੀਏ, ਤੇ ਜੇ ਉਹ ਆਪਣੀ ਉਹ ਸਮਰੱਥਾ ਜਿਹੜੀ ਉਹਨਾਂ ਵਿੱਚ ਹੈ ਉਹ ਕਿਸੇ ਦਾ ਦੱਬੀ ਨਾ ਜਾਏ, ਤੇ ਉਸ ਨੂੰ ਗੱਲ ਜਿਹੜੀ ਹੈ ਉਹ ਤੁਹਾਨੂੰ ਸਾਹਮਣੇ ਰੱਖਣੀ ਪਏਗੀ। ਔਰ ਇੱਕ ਗੱਲ ਜ਼ਰੂਰ ਹੈ ਕਿ ਅੱਜ ਜਿਹੜੀ ਪ੍ਰੈਸ ਨੂੰ ਸੰਬੋਧਨ ਕੀਤਾ ਹੈ ਨਵਜੋਤ ਸਿੱਧੂ ਉਹਨਾਂ ਨੇ, ਉਹ ਆਪਣੇ ਆਪ ਵਿੱਚ ਕਿਸੇ ਵੀ ਮੁੱਖ ਮੰਤਰੀ ਲਈ ਜਿਹੜਾ ਹੈ ਉਹ ਪ੍ਰਵਾਨ ਨਹੀਂ ਹੋਣਾ ਚਾਹੀਦਾ ਕਿ ਸਾਡੇ ਸਬੰਧ ਜਿਹੜੇ ਨੇ ਕਿਸੇ ਨਾਲ ਕੋਈ ਹੋਣ। ਚੰਨੀ ਬਾਈ ਚੰਨੀ ਦੇ ਚੰਨੀ ਉਹਨੂੰ ਮੈਂ ਕਹਿ ਦਿੱਤਾ, ਇੱਕ ਜਿਹੜਾ ਚੀਫ ਮਿਨਿਸਟਰ ਦਾ ਰੁਤਬਾ ਡੈਜ਼ਿਗਨੇਸ਼ਨ ਹੁੰਦਾ ਹੈ, ਨਾ ਉਹਦੇ 'ਚ ਉਮਰ ਹੁੰਦੀ ਹੈ, ਨਾ ਉਹਦੇ 'ਚ ਕੁਆਲੀਫਿਕੇਸ਼ਨ ਹੁੰਦੀ ਹੈ, ਨਾ ਉਹਦੇ 'ਚ ਕੋਈ ਹੋਰ ਰੁਤਬਾ ਹੁੰਦਾ ਹੈ। ਚੀਫ ਮਿਨਿਸਟਰ ਹੈ, ਔਰ ਉਹਨੂੰ ਰਿਸਪੈਕਟ ਔਰ ਪਰਸਨਲ ਰਿਲੇਸ਼ਨ ਜਿਹੜੇ ਨੇ ਉਹ ਵੱਖਰੇ ਰੱਖ ਕੇ ਜਿਹੜੇ ਨੇ ਉਹ ਚੱਲਣੇ ਚਾਹੀਦੇ ਨੇ। ਔਰ ਇਹ ਜਿਹੜਾ ਇਮੇਜ ਦੇਣ ਦੀ ਜਿਹੜੀ ਕੋਸ਼ਿਸ਼ ਹੈ, ਔਰ ਮੈਨੂੰ ਬੜਾ ਉਹ ਮੈਂ ਦੂਜੀ ਗੱਲ ਜਿਹੜੀ ਹੈ ਬੁਰੀ ਲੱਗੀ ਕਿ ਉਹ ਕੈਬਨਿਟ ਵਿੱਚ ਕੀ ਪਾਸ ਹੋਣਾ ਹੈ ਉੱਥੇ ਹੀ ਅਨਾਊਂਸ ਕਰੀ ਜਾ ਰਹੇ। ਜੇਕਰ ਇਹੋ ਜਿਹੀਆਂ ਗੱਲਾਂ ਨੂੰ ਠੱਲ ਨਾ ਪਾਈ ਚੰਨੀ ਨੇ, ਤੇ ਫਿਰ ਚੰਨੀ ਦਾ ਇਮੇਜ ਨਹੀਂ ਬਣਨਾ। ਤੇ ਜੇ ਚੰਨੀ ਜਿਵੇਂ ਸਮਰੱਥਾਵਾਨ ਹੈ ਤੇ ਕਿਸੇ ਪ੍ਰਭਾਵ ਵਿੱਚ ਨਹੀਂ ਹੁੰਦਾ, ਆਪਣੀ ਥਾਂ ਬਣਾਉਣ ਲਈ ਆਪਣੀ ਕੈਬਨਿਟ ਦੀ ਸਲਾਹ ਦੇ ਨਾਲ ਜੇਕਰ ਉਹ ਚੱਲੇਗਾ ਤੇ ਉਹ ਬਹੁਤ ਸਕਸੈਸਫੁਲ ਹੋਵੇਗਾ, ਕਿਉਂਕਿ ਡਾਕਟਰ ਸਾਹਿਬ ਤੁਹਾਡਾ ਸਾਫ਼ ਮਤਲਬ ਹੈ ਕਿ ਫਿਰ ਉਸ ਕੈਬਨਿਟ ਦੀ ਅਹਿਮੀਅਤ ਕੀ ਜਿਹਦੇ ਫੈਸਲੇ ਪਹਿਲਾਂ ਹੀ ਕਿਸੇ ਹੋਰ ਨੇ ਦੱਸ ਦੇਣੇ। ਨੰਬਰ 1। ਨੰਬਰ 2 ਕਿ ਜੇਕਰ ਸੱਚਮੁੱਚ ਹੀ ਤੁਸੀਂ ਸਾਰਾ ਕੁਝ ਇਹ ਮੈਸੇਜ ਦੇਣ ਦੀ ਕਰ ਰਹੇ ਹੋ ਕਿ ਤੁਹਾਡੀ ਚੱਲਣੀ ਤੇ ਤੁਸੀਂ ਫੈਸਲੇ ਲਏ, ਤੇ ਫਿਰ ਜਿਨ੍ਹਾਂ ਤਿੰਨਾਂ ਨੇ ਫੈਸਲੇ ਲੈਣੇ ਆ ਉਹਨਾਂ ਨੂੰ ਫੈਸਲੇ ਲੈਣ ਦੀ ਉਹਨਾਂ ਦੀ ਤੁਕ ਕੀ ਬਣਦੀ ਹੈ? ਮੈਸੇਜ ਤਾਂ ਇਹੀ ਜਾ ਰਿਹਾ ਕਿ ਸਿੱਧੂ ਨੇ ਜੋ ਕਿਹਾ ਉਹ ਚੰਨੀ ਹੋਣਾ ਜਾਂ ਜਿਹੜੇ ਸੁਖਜਿੰਦਰ ਰੰਧਾਵਾ ਉਹਨਾਂ ਨੇ ਕਰ ਲਿਆ। ਮੈਂ ਤੁਹਾਡੇ ਵੱਲ ਪਰਤਦਾ ਹਾਂ। ਮੈਂ ਪ੍ਰੋਫੈਸਰ ਬਲਕਾਰ ਸਿੰਘ ਜੀ ਪੁੱਛਣਾ ਚਾਹੁੰਦਾ ਹਾਂ ਕਿ ਕਾਂਗਰਸ ਹਾਈ ਕਮਾਂਡ ਦਾ ਰਣਦੀਪ ਸਿੰਘ ਸੁਰਜੇਵਾਲ ਦਾ ਬਿਆਨ, ਜਿਹੜੀ ਪ੍ਰੈਸ ਨੂੰ ਉਹਨਾਂ ਨੇ ਸਾਫ਼-ਸਾਫ਼ ਲਫ਼ਜ਼ਾਂ ਦੇ ਵਿੱਚ ਬ੍ਰੈਕਟਾਂ ਦੇ ਵਿੱਚ ਚੀਜ਼ਾਂ ਕਲੀਅਰ ਕੀਤੀਆਂ ਤੇ ਸਾਰੇ ਦੇਸ਼ ਨੂੰ ਮੈਸੇਜ ਦਿੱਤਾ ਕਰੋੜ ਕੇ ਨਾਂ ਲੈ ਕੇ, ਇਹਦੇ ਤੋਂ ਬਾਅਦ 2022 ਦੇ ਵਿੱਚ ਮੈਂ ਤੁਹਾਨੂੰ ਪੁੱਛ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਫਿਰ ਕੋਈ ਹੋਰ ਨੌਕਰੀ ਲੱਭ ਲੈਣ? ਹਾਲਾਤ ਜਿਸ ਦਿਸ਼ਾ ਨੂੰ ਜਾ ਰਹੇ ਆ, ਬੇਰੁਜ਼ਗਾਰੀ ਵੱਧ ਸਕਦੀ ਆ। ਹੁਣ ਕਿਸੇ ਵੀ ਪਾਰਟੀ ਨੂੰ ਇਸ ਤਰ੍ਹਾਂ ਬੰਦਾ ਲਾ ਕੇ 3 ਮਹੀਨੇ ਬਾਅਦ ਲਾਉਣ ਤੋਂ ਬਾਅਦ ਇੱਕ ਪੂਰੇ ਵਰਗ ਦਾ, ਦੇਸ਼ ਦੇ ਵਿੱਚ ਇੱਕ ਪੂਰੇ ਵਰਗ ਦਾ ਨਾਰਾਜ਼ ਹੋ ਜਾਣ ਦਾ ਖਤਰਾ ਮੁੱਲ ਲੈਣਾ ਕਿੰਨਾ ਕੁ ਸੌਖਾ ਹੈ? ਰੰਧਾਵਾ ਸਾਹਿਬ, ਜਿਹੜੇ ਤੁਸੀਂ ਸਵਾਲ ਖੜੇ ਕਰ ਰਹੇ ਹੋ ਬਹੁਤ ਸਾਰੇ, ਉਹਨਾਂ ਵਿੱਚੋਂ ਉਹਨੂੰ 1 ਬਾਈ 1 ਹੀ ਲਿਆ ਜਾ ਸਕਦਾ। ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਕਲੇਸ਼ ਹੈ ਕਾਂਗਰਸ ਦਾ, ਉਹ ਅਮਰਿੰਦਰ ਸਿੰਘ ਦੇ ਸਕਸੈਸਰ ਦਾ ਕਲੇਸ਼ ਸੀਗਾ, ਜਿਹਦੇ ਵਿੱਚ ਇੱਕ ਨਵਾਂ ਬੰਦਾ ਮਤਲਬ ਚਰਨਜੀਤ ਸਿੰਘ ਚੰਨੀ ਸ਼ਾਮਲ ਹੋ ਗਿਆ, ਔਰ ਉਹ ਇਹ ਸਕਸੈਸਰ ਦੇ ਕਲੇਸ਼ ਵਿੱਚ ਰਹਿਣਾ ਹੀ ਹੈ। ਇਹ 22 ਵਿੱਚ ਕਿਹਦੀ ਨੌਕਰੀ ਜਾਂਦੀ ਹੈ ਤੇ ਕਿਹਨੂੰ ਮਿਲਦੀ ਹੈ, ਉਹ ਜਿਹੜਾ ਨਾ ਉਹ ਇੱਕ ਓਪਨ ਐਂਡਡ ਕੁਐਸਚਨ ਹੈ। ਉਹਦਾ ਆਨਸਰ ਹੁਣ ਨਹੀਂ ਦੇਣਾ ਚਾਹੀਦਾ ਆਪਾਂ ਨੂੰ, ਕਿਉਂਕਿ ਅਸੀਂ ਅਬਜ਼ਰਵ ਕਰਾਂਗੇ ਤੇ ਹੋਰ ਤਰ੍ਹਾਂ ਦਾ ਹੋ ਜਾਏਗਾ। ਮੈਂ ਸਮਝਦਾ ਹਾਂ ਕਿ ਚੰਨੀ ਦੀ ਜਿਹੜੀ ਹੈਗੀ ਹੈ ਨਿਯੁਕਤੀ, ਇਹ ਮੋਦੀ ਦੇ ਚਾਹ ਵਾਲੇ ਦੇ ਜਿੱਡੀ ਵੱਡੀ ਹੈ ਜੇ ਕਾਂਗਰਸ ਇਹਨੂੰ ਕੈਸ਼ ਕਰੇ, ਕਿਉਂਕਿ ਸਟੇਟ ਤੇ ਹੈ। ਇੱਥੇ ਬੰਦੇ ਜਿਹੜੇ ਨੇ ਉਹ ਆਪਣੀ ਲੜਾਈ 'ਚ ਉਲਝੇ ਹੋਏ ਨੇ। ਜੱਟਾਂ ਦੀ ਲੜਾਈ ਜਿਹੜੀ ਆ ਬਹੁਤ ਜਿਹੜੀ ਆ ਆਪਣੀ ਨੋਨ ਲੜਾਈ ਆ, ਔਰ ਉਹਦੇ ਵਿੱਚ ਕਿਸੇ ਦੀ ਸੁਣ ਨਹੀਂ ਰਿਹਾ। ਉਹਨਾਂ ਨੂੰ ਇਹ ਗੱਲ ਜਿਹੜੀ ਵਰਤਣੀ ਚਾਹੀਦੀ ਆ। ਔਰ ਇਸ ਵੇਲੇ ਬਹੁਤ ਵੱਡਾ ਪਤਾ ਹੈ ਜਿਹੜਾ, ਹਾਲਾਂਕਿ ਮੈਂ ਐਸਪੀ ਸਿੰਘ ਨਾਲ ਸਹਿਮਤ ਹਾਂ ਕਿ ਚੰਨੀ ਕੁਆਲੀਫਿਕੇਸ਼ਨ ਦੇ ਲਿਹਾਜ਼ ਨਾਲ, ਦੇਖੋ ਜਿਹੜੀ ਨਿਮਰਤਾ ਜਿਹੜੀ ਕਮਜ਼ੋਰੀ ਨਹੀਂ ਹੁੰਦੀ, ਨਿਮਰਤਾ ਦੀ ਬੜੀ ਵੱਡੀ ਸਟਰੈਂਥ ਹੈ। ਉਹਦੀ ਨਿਮਰਤਾ ਨੂੰ ਕਮਜ਼ੋਰੀ ਮੰਨੀ ਜਾਂਦੇ ਨੇ ਵੀ ਉਹ ਸਾਰਿਆਂ ਨੂੰ ਮਤਲਬ ਇੱਜ਼ਤ ਕਰਦਾ ਤੇਰੀ ਹੋ ਗਈ। ਇਹ ਨਹੀਂ ਹੋਣਾ। ਰੰਧਾਵਾ ਸਾਹਿਬ ਦੀ ਉੱਪਰੋਂ ਆ ਰਹੀ ਸੀ, ਰੰਧਾਵਾ ਵੀ ਇਹ ਗੱਲ ਕਹਿ ਰਿਹਾ ਸੀ ਵੀ ਅਸੀਂ ਇੱਕ ਮਤਲਬ ਮਾਰਕਰ ਕੀਤਾ, ਅਸੀਂ ਮਤਲਬ ਇਹਦਾ ਕਰਾਂਗੇ। ਔਰ ਇਹਦੇ ਨਾਲ ਪਹਿਲਾਂ ਹੋਇਆ ਹੈ ਕਿ ਉਹ ਉੱਠ ਕੇ ਸਹੁੰ ਚੁੱਕਣ ਤੋਂ ਬਾਅਦ ਸਿੱਧਾ ਸੈਕਟਰੀਏਟ ਗਿਆ, ਔਰ ਉੱਥੋਂ ਉਹਨੇ ਮਤਲਬ ਪ੍ਰੈਸ ਕਾਨਫਰੰਸ ਜਿਹੜੀ ਅਰਦਾਸ ਕੀਤੀ, ਉਹਦੇ ਵਿੱਚ ਆਪਣੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ। ਮੇਰਾ ਮਤਲਬ ਇਹ ਹੈ ਕਹਿਣ ਦਾ ਕਿ ਇਹ ਜਿਹੜੀ ਲੜਾਈ ਹੈ ਨਾ, ਉਹ ਜਿਹੜੀ ਦੇਖੋ, ਮੈਨੂੰ ਅਜੇ ਅਮਰਿੰਦਰ ਦੇ ਬਾਰੇ 'ਚ ਜਿੰਨਾ ਕੁਛ ਲੋਕਾਂ ਕਰ ਦਿੱਤਾ ਗਿਆ ਪ੍ਰੈਸ ਵਿੱਚ, ਆਪੋਜੀਸ਼ਨ ਜਿਹੜੀ ਆ ਉਹਦਾ ਏਜੰਡਾ ਹੀ ਖੁੱਸ ਗਿਆ। ਉਹਨਾਂ ਨੇ ਇੰਨੀਆਂ ਗੱਲਾਂ ਅਮਰਿੰਦਰ ਤੇ ਚਿਪਕਾ ਦਿੱਤੀਆਂ ਸੀ ਵੀ ਉਹਨਾਂ ਨੂੰ ਲੱਗਦਾ ਸੀ ਵੀ ਇਹ ਆਪਣੇ ਆਪ ਹੀ ਮਤਲਬ ਰੋਟੇਟ ਹੋਈ ਜਾਣਗੀਆਂ, ਤੁਰੀਆਂ ਰਹਿਣਗੀਆਂ ਇੱਕ ਦੂਜੇ ਦੇ ਮਗਰ। ਚੰਨੀ ਦੇ ਬਣਨ ਨਾਲ ਉਹ ਸਾਰੀ ਚਿਪਕਾਹਟ ਜਿਹੜੀ ਹੈ ਉਹ ਪਾਸੇ ਹਟ ਗਈ ਹੈ। ਮਤਲਬ ਉਹਦੇ ਹੁਣ ਨਵੇਂ ਸਿਰੋਂ ਜਿਹੜੇ ਨੇ ਕਨਫਿਊਜ਼ ਹੋਏ ਹੋਏ ਨੇ ਸਾਰੇ ਜਿਹੜੇ ਆਪੋਜੀਸ਼ਨ ਵਾਲੇ ਨੇ ਵੀ ਉਹ ਕਿਹੜੀ ਗੱਲ ਜਿਹੜੀ ਹੈ ਕਹਿਣ, ਕਿਹੜੀ ਨਾ ਕਹਿਣ। ਜਿਵੇਂ ਹੁਣ ਮਾਇਆਵਤੀ ਦੀ ਕਮੈਂਟ ਆ, ਜਿਹੜਾ ਮਾਇਆਵਤੀ ਤੇ ਆਪਣੇ ਤੋਂ ਬਿਨਾਂ ਕਿਸੇ ਨੂੰ ਮਤਲਬ ਦਲਿਤ ਮੰਨਦੀ ਨਹੀਂ, ਉਹ ਤੇ ਆਪਣੇ ਆਪ ਨੂੰ ਥੱਲੇ ਨੂੰ ਮੰਨਦੀ ਦਲਿਤ। ਜੋ ਕਹੇ ਉਹ ਦਲਿਤ ਹੈ, ਜੋ ਨਾ ਕਹੇ ਉਹ ਨਹੀਂ ਦਲਿਤ।
ਉਹਨੂੰ ਇਹ ਪਤਾ ਨਹੀਂ ਲੱਗਦਾ ਕਿ ਪੰਜਾਬ ਵਿੱਚ ਚੰਨੀ ਦੇ ਚੀਫ ਮਿਨਿਸਟਰ ਸਹੁੰ ਚੁੱਕਣ ਨਾਲ ਮਤਲਬ ਮਾਇਆਵਤੀ ਨੂੰ ਇਹ ਮੈਸੇਜ ਚਲਾ ਗਿਆ ਹੈ ਕਿ ਪੰਜਾਬ ਵਿੱਚ ਪਹਿਲਾਂ ਵੀ ਉਹਦਾ ਕੋਈ ਥਾਂ ਨਹੀਂ ਸੀ, ਤੇ ਜੇ ਮਾੜਾ ਮੋਟਾ ਸੀ ਕਿਤੇ ਤਾਂ ਅੱਜ ਬੰਦ ਹੋ ਗਿਆ। ਪੰਜਾਬ ਨੂੰ ਦਲਿਤ ਜਿਹੜਾ ਮਿਲ ਗਿਆ ਬੰਦਾ। ਜਦੋਂ ਤੁਸੀਂ ਇੱਕ ਲੱਗੇ ਮਤਲਬ ਜੇ ਗੱਲ ਕਰਦੇ ਹੋ, ਦੇਖੋ ਗੱਲਾਂ ਕਰਦਿਆਂ ਗੱਲਾਂ ਐਵੇਂ ਹੀ ਹੋ ਜਾਂਦੀਆਂ ਨੇ। ਹੁਣ ਇਸ ਵੇਲੇ ਸਿੱਖਾਂ ਵਿੱਚ ਇੱਕ ਹੋਰ ਗੱਲ ਚੱਲਦੀ ਹੈ, ਇਹ ਅਸਲ 'ਚ ਅਕਾਲੀ ਪੋਲੀਟਿਕਸ ਜਿਹੜੀ ਹੈ ਉਹਦੀ ਪ੍ਰੋਡਕਟ ਹੋਏਗੀ। ਜਦੋਂ ਵੀ ਕਿਤੇ ਭਾਵੇਂ ਉਹਨੂੰ ਜਥੇਦਾਰ ਕਹੇ ਕੋਈ ਕਹੇ, ਉਹ ਅਕਾਲੀ ਪੋਲੀਟਿਕਸ ਨਹੀਂ ਰਲੀ ਹੋਈ ਗੱਲ ਹੈ ਵੀ ਸਾਡੇ ਵਿੱਚ ਦਲਿਤ ਹੁੰਦਾ ਹੀ ਨਹੀਂ। ਚੰਗਾ ਭਲਾ ਦਲਿਤ ਵਿੰਗ ਬਣਾਈ ਫਿਰਦੇ ਨੇ ਉਹ ਅਕਾਲੀ, ਉਹਨਾਂ ਦੇ ਦਲਿਤ ਜਿਹੜੇ ਮਿਨਿਸਟਰ ਬਣਦੇ ਨੇ। ਉਹਦੇ ਤੋਂ ਬਿਨਾਂ ਵੀ ਇਹ ਗੱਲ ਜਿਹੜੀ ਹੈ ਨਾ, ਇਹ ਸਮਝਣਾ ਚਾਹੀਦਾ ਇੱਕ ਅਨਪੜ੍ਹਤਾ ਛਾਈ ਹੋਈ ਹੈ ਚਾਰੇ ਪਾਸੇ। ਭਾਈ ਤੁਸੀਂ ਜੇ ਕਿਸੇ ਨੂੰ ਪੁੱਛ ਲਓ ਤੇ ਤੁਸੀਂ ਸਿੱਖ ਧਰਮ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀਂ, ਪਰ ਸਿੱਖ ਸੱਭਿਆਚਾਰ ਵਿੱਚੋਂ ਤੇ ਕਦੇ ਵੀ ਜਾਤ ਨਹੀਂ ਮੜੀ। ਰੰਧਾਵਾ ਹੈ, ਮਤਲਬ ਐਸਪੀ ਸਿੰਘ ਹੈ, ਬਲਕਾਰ ਸਿੰਘ ਹੈ, ਜਾਤਾਂ ਗੋਤਾਂ ਸਾਰੀਆਂ ਚੱਲ ਰਹੀਆਂ ਨੇ, ਪਰ ਉਹਦਾ ਇਹ ਹੈ ਕਿ ਉਹ ਸਿੱਖ ਰੰਗ ਵਿੱਚ ਰਿਜ਼ੋਲਵ ਹੁੰਦੀਆਂ ਰਹੀਆਂ ਨੇ। ਇਹਨੂੰ ਸਿੱਖ ਰੰਗ ਵਿੱਚ ਰਿਜ਼ੋਲਵ ਕਰਨਾ ਚਾਹੀਦਾ। ਚੰਨੀ ਦਾ ਚਿਹਰਾ ਜਿਹੜਾ ਉਹ ਸਿੱਖ ਚਿਹਰਾ ਬਣਾ ਦੇਣਾ ਚਾਹੀਦਾ। ਇਹਨਾਂ ਨੂੰ ਚੰਨੀ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਣੇ ਚਿਹਰੇ ਨੂੰ ਸਿੱਖ ਚਿਹਰਾ ਬਣਾ ਲੈ, ਕਿਉਂਕਿ ਇੱਥੇ ਸਿੱਖ ਚਿਹਰਾ ਹੀ ਚੱਲਣਾ ਹੈ। ਅੱਜ ਚੰਨੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹਨਾਂ ਨੇ ਗੁਰਬਾਣੀ ਤੋਂ ਗੱਲ ਸ਼ੁਰੂ ਕੀਤੀ ਆ, ਆਪਣੇ ਆਪ ਨੂੰ ਬਤੌਰ ਸਿੱਖ ਲੈ ਕੇ ਚੱਲੇ ਆ, ਉਹ ਸਾਰੀ ਮਰਿਆਦਾ ਦੀ ਗੱਲ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ, ਇਹ ਸਾਰੀਆਂ ਗੱਲਾਂ ਚੰਨੀ ਨੇ ਉਸੇ ਸੰਦਰਭ 'ਚ ਕਹੀਆਂ। ਸਰਦਾਰ ਚਰਨਜੀਤ ਸਿੰਘ ਚੰਨੀ ਹੁਣ ਸਾਨੂੰ ਮੁੱਖ ਮੰਤਰੀ ਹੁੰਦੇ ਆ, ਮਾਣ ਸਨਮਾਨ ਦੇਣੇ ਪੈਣਗੇ ਕਿ ਉਸ ਵਿਅਕਤੀ ਨੇ ਉਹ ਜਿਹੜੀ ਧਾਰਨਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਬਾਰ-ਬਾਰ ਦਲਿਤ ਦਾ ਹੀ ਕਨਸੈਪਟ ਕਿਉਂ ਅੱਗੇ ਵਧਾ ਰਹੇ ਹੋ। ਅਸੀਂ ਸਿਰ ਤੇ ਦਸਤਾਰ ਸਜਾ ਕੇ ਬੈਠੇ ਆ ਤੇ ਗੁਰੂ ਨਾਨਕ ਦੀ ਉਸੇ ਪਰੰਪਰਾ ਚੋਂ ਆ ਰਹੇ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਦਸਤਾਰ ਧਾਰੀਆਂ ਚ ਲੈਣ ਦੀ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਇਹ ਸਮਝਦਾ ਹਾਂ ਕਿ ਉਹਨੇ ਉਹ ਕੋਸ਼ਿਸ਼ ਕਰ ਰਿਹਾ। ਉਹਨੂੰ ਕਿਹੜਾ ਪਤਾ ਨਹੀਂ ਹੈ ਵੀ ਜਦੋਂ ਗੱਲ ਚੱਲੀ ਸੀ ਸਿੱਖ ਚਿਹਰੇ ਦੀ ਚੱਲੀ ਸੀ, ਤੇ ਸਿੱਖ ਚਿਹਰੇ ਵਿੱਚ ਜਿਹੜਾ ਰੰਧਾਵਾ ਅੱਗੇ ਆਇਆ ਸੀ, ਉਹ ਆਇਆ ਸੀ ਵੀ ਉਹ ਇਕੱਲਾ ਹੀ ਉੱਥੇ ਅੰਮ੍ਰਿਤਧਾਰੀ ਸਿੱਖ ਹੈ, ਜਿਸ ਕਰਕੇ ਉਹ ਸਿੱਖ ਚਿਹਰਾ ਆ ਗਿਆ। ਅਜੇ ਚੰਨੀ ਸਾਹਿਬ ਨੂੰ ਇਹ ਦੇਖਣਾ ਪੈਣਾ ਹੈ ਕਿ ਮਤਲਬ ਉਹਨੇ ਸਿੱਖ ਚਿਹਰਾ ਬਣਨ ਵਾਸਤੇ ਇਹ ਜਿਹੜਾ ਮਤਲਬ ਸਾਕੇਸ਼ ਹੋਣਾ ਹੈ ਨਾ, ਕਿਸਾਤਾਰੀ ਹੋਣਾ ਜ਼ਰੂਰੀ ਹੈ। ਇਹ ਮਤਲਬ ਇਹਦੇ ਵਾਸਤੇ ਕੁਝ ਉਹਨੇ ਕਰਨਾ ਕਿ ਨਹੀਂ ਕਰਨਾ ਕੋਈ। ਦੇਖੋ ਗੁਰੂ ਨਾਨਕ ਦੇ ਘਰ ਵਿੱਚ ਅਸੀਂ ਬਹੁਤ ਖੁੱਲੇ ਹਾਂ, ਅਸੀਂ ਉਹਨੂੰ ਸਿੱਖ ਮੰਨਦੇ ਹਾਂ ਜਿਹੜਾ ਆਪਣੇ ਆਪ ਨੂੰ ਸਿੱਖ ਕਹਿਣਾ ਚਾਹੁੰਦਾ ਹੈ, ਪਰ ਸਿੱਖ ਚਿਹਰਾ ਜਿਹੜਾ ਨਾ ਉਹ ਸਾਕੇਸ਼ ਹੀ ਹੋਏਗਾ। ਉਹ ਸਾਕੇਸ਼ ਨੂੰ ਹੀ ਮੰਨਾਂਗੇ। ਚਲੋ ਖੈਰ ਐ ਨਹੀਂ, ਉਹ ਚੰਨੀ ਦਾ ਮਾਮਲਾ ਹੈ, CMO ਬਣ ਗਿਆ। ਜਿਹੜੀਆਂ ਉਹਨੇ ਗੱਲਾਂ ਕੀਤੀਆਂ ਨੇ ਉਹਦੇ ਤੋਂ ਇਹ ਲੱਗਦਾ ਹੈ ਕਿ ਉਹ ਡਿਫਰੈਂਟ ਤੁਰਨਾ ਚਾਹੁੰਦਾ ਹੈ। ਤੁਸੀਂ ਤਾਂ ਮੈਨੂੰ ਜੇ ਹੈਗਾ 2 ਮਿੰਟ ਮੈਂ ਇਹ ਕਹਿਣਾ ਚਾਹੁੰਦਾ। ਤੁਸੀਂ ਕਰ ਲਓ ਕੋਈ ਨਹੀਂ, ਅਸੀਂ ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਜਿਹੜਾ ਅਮਰਿੰਦਰ ਦੇ ਖਿਲਾਫ ਜਿਹਨੂੰ ਬਗਾਵਤ ਕਹਿੰਦੇ ਨੇ, ਹਾਲਾਂਕਿ ਮੈਂ ਉਹਨੂੰ ਮਤਲਬ ਬਹੁਤ ਮੈਂ ਸਮਝਦਾ ਕਿ ਅਮਰਿੰਦਰ ਦਾ ਤੇ ਇਮੇਜ ਇਹ ਹਰਚੰਦ ਨਾਲ ਵੀ ਵਧਿਆ, ਉਹਦੇ CM ਰਹਿਣ ਨਾਲੋਂ ਹੁਣ ਮੇਰੇ ਮੁਤਾਬਕ ਇਮੇਜ ਉਹਦਾ ਜ਼ਿਆਦਾ। ਕਿਉਂ? ਅਸਲ ਵਿੱਚ ਇਹ ਹੈ ਕਿ ਆਹ ਜਿਹੜੇ ਮਤਲਬ ਹੈਗੇ ਨੇ ਰੰਧਾਵਾ ਬਾਜਵਾ, ਇਹਨਾਂ ਨੂੰ ਉਹਨੇ ਪੁੱਤਰਾਂ ਵਾਂਗੂ ਨਾਲ ਰੱਖਿਆ ਹੋਇਆ ਸੀ, ਤੇ ਇਹ ਹਿਸਟਰੀ ਰਿਪੀਟ ਕਰ ਗਈ ਵੀ ਜਿਵੇਂ ਰਣਜੀਤ ਸਿੰਘ ਦੇ ਪੁੱਤਰ ਸਨ, ਪਰ ਜਿਹੜੀ ਚੱਲਦੀ ਡੋਗਰਿਆਂ ਦੀ ਸੀ। ਇਸ ਕਰਕੇ ਜਿਨ੍ਹਾਂ ਨੂੰ ਅਮਰਿੰਦਰ ਦੇ ਪੁੱਤਰ ਸਮਝਿਆ ਉਹਦੇ ਸਾਹਮਣੇ ਚੱਲਦੀ ਬਿਊਰੋਕ੍ਰੇਸੀ ਦੀ ਸੀ। ਇਸ ਕਰਕੇ ਉਹ ਇਹ ਰੋਕ ਰਹੇ ਸਨ ਵੀ ਤੁਸੀਂ ਮਤਲਬ ਡੋਗਰਿਆਂ ਤੋਂ ਬਚੋ, ਪਰ ਉਹ ਨਾ ਰਣਜੀਤ ਸਿੰਘ ਬਚਿਆ ਸੀ ਨਾ ਅਮਰਿੰਦਰ ਉਹ ਤੋਂ ਬਚ ਸਕਿਆ, ਤੇ ਉਹਦਾ ਆਊਟਕਮ ਸਾਡੇ ਸਾਹਮਣੇ ਆ ਗਿਆ। ਹੁਣ ਮੈਂ ਕਹਿਣਾ ਕਿ ਜਿਸ ਤਰ੍ਹਾਂ ਦੀ ਵੈਰਾਈਟੀ ਸਾਹਮਣੇ ਆਈ ਹੈ, ਸੋਨੀ ਸਾਹਮਣੇ ਆਇਆ, ਰੰਧਾਵਾ ਸਾਹਮਣੇ ਆਇਆ, ਚੰਨੀ ਸਾਹਮਣੇ ਆਇਆ, ਇਹਦੇ ਨਾਲ ਪੰਜਾਬ ਨੂੰ ਇੱਕ ਮੈਸੇਜ ਚਲਾ ਗਿਆ ਹੈ ਕਿ ਕਾਂਗਰਸ ਵੱਡੀ ਪਾਰਟੀ ਹੈ ਤੇ ਉਹ ਐਕਸਪੀਰੀਐਂਸ਼ੀਅਲ ਜਿਹੜੀ ਹੈਗੀ ਆ ਉਹਨਾਂ ਦੀ ਪੋਲੀਟਿਕਸ, ਉਹਦੇ ਵਿੱਚੋਂ ਬਹੁਤ ਕੁਝ ਨਿਕਲਦਾ ਹੈ। ਉਹਨਾਂ ਨੇ ਜੋ ਕਰ ਵਿਖਾਇਆ ਹੈ ਇਹ ਕੋਈ ਸੌਖਾ ਨਹੀਂ ਹੈ। ਇਹ ਮੈਂ ਨਹੀਂ ਕਹਿੰਦਾ ਵੀ ਇਕੱਲਾ ਕੋਈ ਰਾਹੁਲ ਨੇ ਕਰ ਦਿੱਤਾ ਹੋਣਾ ਜਾਂ ਕਿਸੇ ਨੇ ਕੀਤਾ, ਜਿਹਨੇ ਵੀ ਕੀਤਾ, ਇਹਦੇ ਨਤੀਜੇ ਜਿਹੜੇ ਨੇ ਉਹ ਬਹੁਤ ਚੰਗੇ ਲੱਗਦੇ। ਮੈਂ ਇਹ ਯਕੀਨ ਨਾਲ ਕਹਿਣਾ ਚਾਹੁੰਦਾ, ਮਤਲਬ ਤੁਹਾਡੇ ਆਡੀਅנס ਨੂੰ ਕਨਵੇ ਕਰਨਾ ਚਾਹੁੰਦਾ ਕਿ ਜਿਹੜੇ ਚੰਨੀ ਦੇ ਸਾਹਮਣੇ ਆ ਜਾਣ ਨਾਲ ਕਾਂਗਰਸ ਅੱਗੇ ਨਾਲ ਮਜ਼ਬੂਤ ਹੋਈ ਹੈ। ਜੇ ਉਹਨੂੰ ਕਾਂਗਰਸ ਦੀ ਅੰਦਰ ਦੀ ਜਿਹੜੀ ਜੱਟਾਂ ਦੀ ਲੜਾਈ ਆ ਉਹਨੇ ਨਾ ਮਾਰਿਆ, ਜਿਹੜੀ ਉਹ ਸਕਸੈਸਿੰਗ ਅਮਰਿੰਦਰ ਦੇ ਸਕਸੈਸਰ ਦੀ ਲੜਾਈ ਹੈ, ਉਹ ਲੜਾਈ ਜਿਹੜੀ ਹੈ ਅਮਰਿੰਦਰ ਦੇ ਹੁੰਦਿਆਂ ਇੰਨੀ ਤੇਜ਼ ਨਹੀਂ ਸੀ ਜਿੰਨੀ ਹੁਣ ਵੱਧ ਗਈ ਹੈ, ਕਿਉਂਕਿ ਅਮਰਿੰਦਰ ਸਿੰਘ ਹੁਣ ਤਾਕਤ ਤੋਂ ਬਾਹਰ ਹੋ ਗਏ ਨੇ, ਤੇ ਹੁਣ ਉਹਨਾਂ ਨੂੰ ਉਹ ਖਤਰਾ ਨਹੀਂ ਰਿਹਾ ਵੀ ਭਾਵੇਂ ਉਹ ਕਵੇ ਵੀ ਮੈਂ ਪੋਲੀਟਿਕਸ ਵਿੱਚ ਹੀ ਹਾਂ। ਪਰ ਸਾਰਿਆਂ ਨੂੰ ਪਤਾ ਹੈ ਕਿ ਅਮਰਿੰਦਰ ਦੀ ਜਿਹੜੀ ਹੁਣ ਪੋਜੀਸ਼ਨ ਹੋ ਗਈ ਕਿੰਗ ਮੇਕਰ ਦੀ ਤੇ ਹੋ ਸਕਦੀ ਹੈ, ਅਮਰਿੰਦਰ ਦੀ ਪੋਜੀਸ਼ਨ ਹੁਣ ਐਕਟਿਵ ਪੋਲੀਟੀਸ਼ੀਅਨ ਦੀ ਨਹੀਂ ਹੋ ਸਕਦੀ। ਮੈਂ ਪ੍ਰੋਫੈਸਰ ਸਾਹਿਬ ਮੁੜਦਾ ਹਾਂ ਕਿਉਂਕਿ ਤੁਹਾਡੇ ਵਿਚਾਰ ਤਾਂ ਇੰਨੇ ਨੇ ਕਿ ਭਾਵੇਂ ਹੋਰ 15 ਮਿੰਟ ਲੱਗੇ ਰਹੀਏ ਡਿਬੇਟ ਤੇ। ਮੈਂ ਸਰਦਾਰ ਸਾਹਿਬ ਜਿਹੜੀ ਜੱਟਵਾਦ ਦੀ ਗੱਲ ਤੁਰੀ ਆ ਡਾਕਟਰ SP ਸਿੰਘ, ਉਹਦੇ ਤੇ ਜਾਣਾ ਚਾਹੂੰਗਾ। ਜੱਟਵਾਦ ਆਪਣਾ ਵਿਰੋਧੀ ਆਪ ਰਿਹਾ ਸਦਾ। ਇੱਕ ਪਹਿਲੂ ਆਪਾਂ ਇਹਨੂੰ ਛੱਡ ਲਈਏ, ਲੇਕਿਨ ਜਿੱਥੇ ਮੈਂ ਸਵਾਲ ਕਰਨਾ ਚਾਹੁੰਦਾ ਹੈ ਕਿ
ਜਿਹੜੀ ਰਾਜਨੀਤੀ ਪਿਛਲੇ 3 ਦਿਨਾਂ 'ਚ ਹੋਈ ਆ, ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਉਹਦੀ ਅਸਲੀ ਰੂਹ ਦਿਸੀ ਆ। ਸਾਨੂੰ ਭਾਵੇਂ ਲੱਗੇ ਕਿ ਫਲਾਣਾ ਫਲਾਣੇ ਨੂੰ ਠਿੱਪੀ ਲਾ ਗਿਆ, ਫਲਾਣਾ ਫਲਾਣੇ ਨੂੰ, ਪਰ ਜੇ ਮੰਨ ਲਓ ਉਸ ਦਿਨ ਹਰੀਸ਼ ਰਾਵਤ ਤੇ 2 ਅਬਜ਼ਰਵਰ ਆ ਕੇ ਸਿੱਧਾ ਸੁਨੀਲ ਜਾਖੜ ਦਾ ਨਾਂ ਪ੍ਰਪੋਜ਼ ਕਰਕੇ ਉਹਨੂੰ ਬਣਾ ਕੇ ਤੁਰ ਜਾਂਦੇ, ਤਾਂ ਇਹੀ ਹੋਣਾ ਸੀ ਜਿਹੜਾ ਲਿਫਾਫਾ ਕਲਚਰ ਬਾਦਲਕਿਆਂ ਨੇ ਸੰਸਥਾਵਾਂ 'ਚ ਰੱਖਿਆ। ਇਹੀ ਕਾਂਗਰਸ ਹਾਈ ਕਮਾਂਡ ਤੇ ਦੋਸ਼ ਲੱਗਦੇ ਰਹੇ। ਲੇਕਿਨ ਜਦੋਂ ਅੰਦਰੋਂ ਵਿਰੋਧ ਪੈਦਾ ਹੋਏ, ਜਦੋਂ ਅੰਦਰੋਂ ਵਿਰੋਧ ਦੀਆਂ ਸੁਰਾਂ ਉੱਠੀਆਂ, ਇੱਕ ਡਿਬੇਟ ਚੱਲੀ, ਉਹ ਡਿਬੇਟ ਦਾ ਕੁਝ ਵੀ ਨਿਚੋੜ ਹੋਵੇ, ਭਾਵੇਂ ਅਸੀਂ ਹੁਣ ਚਰਨਜੀਤ ਸਿੰਘ ਚੰਨੀ ਦੇ ਕੀਤੇ ਜਾਣ ਵਾਲੇ ਕੰਮਾਂ ਨੂੰ ਲੈ ਕੇ, ਉਹਦੀ ਤੇਜ਼ੀ ਨੂੰ ਲੈ ਕੇ, ਪੰਜਾਬ ਦੇ ਪ੍ਰਸ਼ਾਸਨ ਨੂੰ ਐਕਟਿਵ ਦੇਖ ਕੇ ਕੁਝ ਪੋਜ਼ਿਟਿਵਿਟੀ ਦੇਖ ਰਹੇ ਹਾਂ ਕਿ ਕੁਝ ਹੋ ਤਾਂ ਰਿਹਾ ਘੱਟੋ ਘੱਟ। ਤੁਹਾਨੂੰ ਲੱਗਦਾ ਕਿ ਕਾਂਗਰਸ ਦੀ ਇਸ ਮੂਵ ਨਾਲ ਤੇ 2-3 ਦਿਨ ਦੀ ਪ੍ਰਕਿਰਿਆ ਨਾਲ ਸਿਆਸੀ ਪਾਰਟੀਆਂ ਦੇ ਵਿੱਚ ਵਿਰੋਧ ਦੀ ਆਵਾਜ਼ ਨੂੰ ਸੁਣਨ ਦੀ ਸਮਰੱਥਾ ਪੈਦਾ ਹੋਊਗੀ? ਇਹਨੂੰ ਇੱਕ ਸ਼ੁਭ ਸ਼ਗਨ ਮੰਨੀਏ ਕਿ ਘੱਟੋ ਘੱਟ ਥੋਪੀ ਜਾਣ ਵਾਲੀ ਗੱਲ ਤੇ ਰਿਵੋਲਟ ਵੀ ਹੋ ਸਕਦਾ ਹੈ। ਜੇ ਸਿੱਧੂ ਨਾ ਹੋਵੇ, ਜਾਖੜ ਨਾ ਹੋਵੇ, ਕੀ ਲੱਗਦਾ ਤੁਹਾਨੂੰ ਇਹਦੇ ਕੋਈ ਪੋਜ਼ਿਟਿਵਿਟੀ ਦੇਖੀਏ? ਦੇਖੋ, ਇਹ ਜਿਹੜੀ ਤੁਸੀਂ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹੋ, ਉਹ ਬਿਲਕੁਲ ਨਹੀਂ ਦਿਖੀ। ਉਹਦਾ ਕਾਰਨ ਇਹ ਹੈ ਕਿ ਜਿਹੜੇ ਵੀ ਨਾਂ ਪੁੱਟ ਕੀਤੇ ਗਏ, ਉਹਨਾਂ 'ਚ ਚੰਨੀ ਦਾ ਨਾਂ ਕਦੀ ਵੀ ਜਿਹੜਾ ਉਹ ਪੁੱਟ ਨਹੀਂ ਹੋਇਆ। ਨਾ ਚੰਨੀ ਦੇ ਨਾਂ ਦੇ ਉੱਤੇ ਓਪੀਨੀਅਨ ਜਿਹੜੀ ਹੈ MLAs ਕੋਲ, ਦੂਜਿਆਂ ਕੋਲ ਜਿਹੜੀ ਹੈ ਉਹ ਲਈ ਗਈ ਹੈ। ਅਖੀਰ ਉਹੀ ਗੱਲ ਹੈ ਕਿ ਭਾਵੇਂ ਸੁਨੀਲ ਜਾਖੜ ਉਹਨਾਂ ਦਾ ਨਾਂ ਪਹਿਲਾਂ ਕਰਕੇ ਫੈਸਲਾ ਕਰ ਲੈਂਦੇ, ਤੇ ਜਾਂ ਮਤਲਬ ਜਿਹੜਾ ਉਹ ਇਵੇਂ ਹੀ ਜਿਹੜਾ ਚੰਨੀ ਦਾ ਹੈ। ਵਿਚਕਾਰਲੀ ਜਿਹੜੀ ਐਕਸਰਸਾਈਜ਼ ਹੈ, ਉਹ ਐਕਸਰਸਾਈਜ਼ ਦੇ ਵਿੱਚ ਜਿਹੜੀ ਹੈ ਉਹ ਕਾਸਟ ਸਿਸਟਮ ਵੀ ਹੈ, ਉਹ ਧਰਮ ਵੀ ਹੈ, ਉਹ ਸਾਰਾ ਕੁਝ ਆਇਆ। ਔਰ ਜਿਹੜੀ ਗੱਲ ਬਲਕਾਰ ਸਿੰਘ ਨੇ ਕਹੀ, ਤੇ ਤੁਸੀਂ ਵੀ ਕਹੀ ਹੈ ਕਿ ਇਹ ਲੜਾਈ ਸਾਰੀ ਦੀ ਸਾਰੀ ਜਿਹੜੀ ਹੈ ਉਹ ਸਿੱਖ ਜੱਟ ਦੀ ਜਿਹੜੀ ਹੈ ਲੜਾਈ ਜਿਹੜੀ ਬਣ ਗਈ। ਸਿੱਖ ਜੱਟ ਦੀ ਲੜਾਈ ਇਹ ਬਣ ਗਈ ਕਿ ਜਿਹੜੀ ਕੋਈ ਵੀ ਦੂਜਾ ਜਿਹੜਾ ਲੀਡਰ ਜਿਹੜਾ ਕੋਈ ਜੱਟ ਸਿੱਖ ਕਮਿਊਨਿਟੀ ਦਾ ਹੈ, ਉਹਨੂੰ ਇਹ ਗੱਲ ਕਦੇ ਟੋਲਰੇਟ ਨਹੀਂ ਹੋ ਸਕਦੀ ਕਿ ਸੁਖਜਿੰਦਰ ਰੰਧਾਵਾ ਜਿਹੜਾ ਹੈ ਉਹ ਇੱਕ ਜਿਹੜਾ ਹੈ ਉਹ ਸਮਰਥਾਵਾਨ ਜਿਹੜਾ ਇੱਕ ਮੰਤਰੀ ਹੈ, ਜੋ ਮੁੱਖ ਮੰਤਰੀ ਬਣ ਜਾਂਦਾ ਹੈ। ਤੇ ਅੱਗੋਂ ਕਲੀਅਰ ਹੈ ਕਿ ਜੇਕਰ ਜੱਟ ਸਿੱਖ ਚਿਹਰਾ ਜਿਹੜਾ ਅੱਗੋਂ ਕੋਈ ਵੀ ਰਾਜਨੀਤੀ 'ਚ ਆਏਗਾ ਕਾਂਗਰਸ ਦੀ, ਉਹਦੇ ਵਿੱਚ ਸੁਖਜਿੰਦਰ ਰੰਧਾਵਾ ਹੀ ਜਿਹੜਾ ਅੱਗੇ ਜਾਏਗਾ। ਤਾਂ ਉਹਦੇ ਕੰਮ ਦੀ ਸਮਰੱਥਾ, ਉਹਦੀ ਕਮਿਟਮੈਂਟ, ਉਹਦੀ ਸਿੱਖੀ, ਸਾਰਾ ਕੁਝ ਜਿਹੜਾ ਹੈ ਉਹਦੀ ਫੇਵਰ ਸੀ। ਔਰ ਉਹਦੇ ਆਪਣੇ ਮਿੱਤਰਾਂ ਨੇ ਹੀ ਉਹਦੇ ਜਿਹੜਾ ਕੁਆੜਾ ਮਾਰ ਕੇ ਇਹ ਕੀਤਾ ਕਿ ਕੋਈ ਹੋਰ ਬੇਸ਼ੱਕ ਅੱਗੇ ਆ ਜਾਏ, ਲੇਕਿਨ ਜੱਟ ਸਿੱਖ ਨਾ ਆਏ, ਕਿਉਂਕਿ ਉਹਦੇ ਨਾਲ ਨਵਜੋਤ ਸਿੱਧੂ ਨੂੰ ਸਭ ਤੋਂ ਵੱਡਾ ਜਿਹੜਾ ਸੀ ਉਹ ਖਤਰਾ ਸੀ। ਦਰਅਸਲ ਜਿਹੜੀ ਗੱਲ ਬਲਕਾਰ ਸਿੰਘ ਨੇ ਕਹੀ ਹੈ, ਮਹਾਰਾਜਾ ਰਣਜੀਤ ਸਿੰਘ ਦੀ, ਇੱਕ ਪਾਸੇ ਡੋਗਰੇ ਸਨ, ਦੂਜੇ ਪਾਸੇ ਅੰਦਰ ਸਰਦਾਰਾਂ ਦੀ ਜਿਹੜੀ ਸੀ ਖਾਨਾ ਜੰਗੀ ਵੀ ਸੀ, ਜਿਹੜੀ ਉਹਨੂੰ ਜਿਹੜਾ ਹੈ ਉਹ ਰਣਜੀਤ ਸਿੰਘ ਦੇ ਰਾਜ ਦਾ ਖਾਤਮੇ ਦਾ ਨਾਲ ਉਹ ਵੀ ਕਾਰਨ ਬਣੀ ਸੀ। ਸੋ ਇਸੇ ਤਰ੍ਹਾਂ ਹੀ ਜੇਕਰ ਕਾਂਗਰਸ ਦੇ ਵਿੱਚ ਨਾ ਚੱਲਣ ਦਿੱਤਾ ਗਿਆ ਚੰਨੀ ਨੂੰ, ਔਰ ਉਹੀ ਜਿਹੜੀ ਗੱਲ ਜਿਹੜੀ ਆ ਸਾਹਮਣੇ ਆ ਗਈ ਕਿ ਨਵਜੋਤ ਸਿੱਧੂ ਜਿਹੜਾ ਸੁਖਜਿੰਦਰ ਰੰਧਾਵੇ ਦਾ ਵੀ ਇਮੇਜ ਨਾ ਬਣਨ ਦੇਵੇ, ਨਵਜੋਤ ਸਿੱਧੂ ਦਾ ਜਿਹੜਾ ਬਾਜਵੇ ਨਾਲ ਵੀ ਕੋਈ ਇਮੇਜ ਨਾ ਬਣੇ, ਤੇ ਫਿਰ ਕਾਂਗਰਸ ਦਾ ਜ਼ਿਆਦਾ ਵੱਡਾ ਨੁਕਸਾਨ ਹੋਏਗਾ। ਕਿਉਂਕਿ ਜੇਕਰ ਅਸੀਂ ਹੁਣ ਅੱਗੇ ਚੋਣਾਂ ਵਿੱਚ ਜਾਣਾ ਹੈ, ਨਿਰੀ ਜਿਹੜੀ ਹੈ ਜਾਤ ਔਰ ਧਰਮ ਦੇ ਨਾਲ ਜੇਕਰ ਜਾਵਾਂਗੇ, ਉਹ ਗੱਲ ਜਿਹੜੀ ਹੈ ਉਹ ਨਤੀਜਾ ਨਹੀਂ ਦੇਗੀ। ਜਾਣਾ ਪਏਗਾ ਤੁਹਾਨੂੰ ਇੱਕ ਚੰਗੇ, ਸੱਚੇ, ਸੁੱਚੇ, ਇਮਾਨਦਾਰ, ਪ੍ਰਸ਼ਾਸਨਿਕ ਸਮਰੱਥਾ ਵਾਲੇ ਵਿਅਕਤੀ ਦੇ ਤੌਰ 'ਤੇ, ਔਰ ਉਹ ਚੰਨੀ ਨੂੰ ਇੰਨੀ ਜ਼ਿਆਦਾ ਜਿਹੜੀ ਹੈ ਉਹ ਸਟਰੈਂਥ ਦੇਣੀ ਚਾਹੀਦੀ ਹੈ ਸਾਰਿਆਂ ਨੂੰ, ਨਾ ਕਿ ਚੰਨੀ ਦੇ ਪੈਰ ਜਿਹੜੇ ਨੇ ਉਹ ਖਿੱਚਣ ਦੀ ਕੋਸ਼ਿਸ਼ ਹੁੰਦੀ ਹੋਵੇ। ਸਾਨੂੰ ਸਪਸ਼ਟ ਤੌਰ ਦੇ ਉੱਤੇ ਇਹ ਕਾਮਨਾ ਵੀ ਕਰਨੀ ਚਾਹੀਦੀ ਹੈ ਕਿ ਇੱਕ ਸਧਾਰਨ ਪਰਿਵਾਰ ਦਾ ਸਧਾਰਨ ਜਿਹੜਾ ਵਿਅਕਤੀ ਜਿਹੜਾ ਹੈ ਅੱਜ ਆਪਣੀ ਸਮਰੱਥਾ ਨਾਲ ਇੱਥੇ ਪਹੁੰਚਿਆ ਹੈ, ਉਹ ਜਿਹੜਾ ਉਹਦੀ ਸਕਸੈਸ ਜੀ। ਡਾਕਟਰ ਸਾਹਿਬ, ਬੇਨਤੀ ਇਹ ਆ ਕਿ ਜਦੋਂ ਚਰਨਜੀਤ ਸਿੰਘ ਚੰਨੀ ਪ੍ਰੈਸ ਨੂੰ ਐਡਰੈਸ ਕਰਦੇ ਆ, ਉਸ ਵਿਅਕਤੀ 'ਚ ਭਾਵੁਕਤਾ ਦਿਸਦੀ ਹੈ, ਜਿਹੜੀ ਇੱਕ ਆਮ ਬੰਦੇ ਦੀ ਤਰਜ਼ਮਾਨੀ ਹੈ, ਜਿਹੜਾ ਬੰਦਾ ਅੱਖਾਂ 'ਚੋਂ ਅਥਰੂ ਕੱਢ ਸਕਦਾ, ਇੰਨੀ ਜ਼ੁਰਤ ਕਰ ਸਕਦਾ, ਜਿਹਨੂੰ ਆਪਣਾ ਅਤੀਤ ਯਾਦ ਆਉਂਦਾ। ਦੂਜੇ ਪਾਸੇ ਉਹ ਵਿਅਕਤੀ ਥਾਣਿਆਂ 'ਚ ਮੁਨਸ਼ੀ ਨੂੰ ਕਹਿ ਰਿਹਾ ਵੀ ਹੁਣ ਨਹੀਂ ਹੋਣੀ, ਚੱਲਣੀ ਨਹੀਂ ਗੱਲ। ਉਹ ਤਿੰਨਾਂ ਦੀ ਤਿਕੜੀ 'ਚੋਂ 2 ਹੀ ਬੋਲ ਰਹੇ ਆ। ਸੁਖਜਿੰਦਰ ਸਿੰਘ ਰੰਧਾਵਾ ਕਹਿੰਦਾ ਵੀ ਕੈਂਪ ਆਫਿਸ ਬੰਦ ਕਰ ਦਿਓ, ਤੁਸੀਂ ਬਈ ਹੁਣ ਦਫ਼ਤਰਾਂ 'ਚ ਆ ਜਾਓ, ਤੇ ਮੰਤਰੀ ਵੀ ਦਫ਼ਤਰਾਂ 'ਚੋਂ ਕੰਮ ਕਰਨਗੇ। ਤੀਜੀ ਸਭ ਤੋਂ ਅਹਿਮ ਗੱਲ ਆ ਕਿ ਹੁਣ ਤੱਕ ਇਹਨਾਂ ਦਾ ਰਵਾਇਤੀ ਵਿਰੋਧੀ ਅਕਾਲੀ ਦਲ ਹੈ, ਸਿਆਸੀ ਸ਼ਰੀਕ ਅਕਾਲੀ ਦਲ ਹੁਣ ਵੀ ਤਕੜਾ ਹੋ ਰਿਹਾ। ਉਹ ਸਥਿਤੀ ਐਸੀ ਬਣ ਰਹੀ ਹੈ ਕਿ ਟਕਰਾਅ ਅਗਲੇ ਦਿਨਾਂ 'ਚ ਬੇਅਦਬੀ ਮਾਮਲਿਆਂ ਦੇ ਮੁੱਦਿਆਂ ਤੇ ਵੀ ਹੋਊਗਾ, ਨਸ਼ੇ ਦੇ ਮੁੱਦਿਆਂ ਤੇ ਵੀ ਹੋਊਗਾ, ਔਰ ਖਾਸ ਤੌਰ ਤੇ PPA ਜਿਹੜੇ ਅਕਾਲੀ ਗਵਰਨਮੈਂਟ ਵੱਲੋਂ ਵੇਲੇ ਆਏ ਆ, ਬਿਜਲੀ ਸਮਝੌਤੇ, ਇਹਨਾਂ ਸਾਰੇ ਮੁੱਦਿਆਂ ਤੇ ਇਹਨਾਂ ਦਾ ਜਿਹਨੂੰ ਲਿਟਮਸ ਟੈਸਟ ਕਹਿੰਦੇ ਆ, ਇਹ ਇੱਕ ਵੱਡੀ ਲੜਾਈ ਹੋਊਗੀ। ਮੈਂ ਡਾਕਟਰ ਸਾਹਿਬ ਜੇ ਕਹੋ ਤਾਂ ਤੁਸੀਂ ਜਾਂਦੇ ਜਾਂਦੇ ਕੁਝ ਕਹਿ ਲਿਓ ਪਹਿਲਾਂ, ਫਿਰ ਮੈਂ ਬਲਕਾਰ ਸਿੰਘ ਜੀ ਤੋਂ ਜਾਊਂਗਾ। ਇਹੀ ਸਵਾਲ ਹੈ। ਮੈਂ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਜੇਕਰ ਪੰਜਾਬ ਦੀ ਰਾਜਨੀਤੀ ਵਿੱਚ ਜਿੱਤ ਪ੍ਰਾਪਤ ਕਰਨੀ ਹੈ, ਉਹ ਜਿੱਤ ਜਿਹੜੀ ਹੈ ਉਹ ਇਸ ਵੇਲੇ ਜਿਹੜਾ ਚੰਗਾ ਚਿਹਰਾ ਆ ਗਿਆ,
ਉਹ ਚੰਗੇ ਚਿਹਰੇ ਨੂੰ ਜਿਹੜੇ ਦੋ ਜਿਹੜੇ ਨੇ ਡਿਪਟੀ ਸੀਐਮ ਜਿਹੜੇ ਨੇ ਉਹ ਬਣਾਏ ਗਏ ਨੇ, ਰਲ ਕੇ ਜੇਕਰ ਉਹ ਕੰਮ ਕਰਕੇ ਨਤੀਜਾ ਦਿਖਾ ਦੇਣ ਤੇ ਚਰਨਜੀਤ ਚੰਨੀ ਦਾ ਜਿਹੜਾ ਉਹ ਆਪਣੇ ਆਪ ਵਿੱਚ ਭਵਿੱਖ ਜਿਹੜਾ ਉਜਲਾ ਹੋਏਗਾ ਔਰ ਅਗਲੀ ਚੋਣ ਦੇ ਵਿੱਚ ਉਹਦਾ ਚਿਹਰਾ ਹੋਏਗਾ। ਹਾਈ ਕਮਾਂਡ ਬੇਸ਼ੱਕ ਜਿਹਦੇ ਮਰਜ਼ੀ ਚਿਹਰੇ ਰੱਖੀ ਜਾਈਏ, ਅਖੀਰ ਤੇ ਗੱਲ ਜਿਹੜੀ ਹੈ ਉਹ ਲੋਕਾਂ ਦੇ ਸੋਚ ਨਾਲ ਹੋਣੀ ਹੈ। ਦਿੱਲੀ ਬੈਠਿਆਂ ਜਾਂ ਚੰਡੀਗੜ੍ਹ ਤੋਂ ਗਈ ਫੀਡਬੈਕ ਦੇ ਨਾਲ ਫੈਸਲੇ ਹੋਣ ਨਾਲ ਉਹ ਨਤੀਜੇ ਨਹੀਂ ਆਉਣੇ। ਅੱਜ ਸਾਡੇ 'ਚ ਇਹ ਗੱਲ ਜਿਹੜੀ ਹੈ ਮੰਨਣ ਵਾਲੀ ਹੈ ਕਿ ਭਾਵੇਂ ਸੁਖਜਿੰਦਰ ਰੰਧਾਵਾ ਹੈ, ਭਾਵੇਂ OP ਸੋਨੀ ਹੈ ਤੇ ਚੰਨੀ ਤੇ ਹੈ ਹੀ ਹੈ, ਇਹ ਸਾਰੇ ਗ੍ਰਾਸ ਰੂਟ ਦੇ ਜਿਹੜੇ ਲੀਡਰ ਨੇ। ਜੇਕਰ ਅਸੀਂ OP ਸੋਨੀ ਨਾਲ ਵੀ ਦੇਖੀਏ ਤਾਂ ਉਹਨੇ ਵੀ ਗ੍ਰਾਸ ਰੂਟ ਲੈਵਲ ਦੇ ਉੱਤੇ ਪਿੰਡ 'ਚ ਰਹਿ ਕੇ ਸਾਰਾ ਕੁਝ ਜਿਹੜਾ ਸਮਰੱਥਾ ਪੈਦਾ ਕੀਤੀ, ਮੇਅਰ ਦੇ ਤੌਰ ਤੇ ਵੀ ਇੱਕ ਵਧੀਆ ਜਿਹੜੀ ਹੈ ਪਰਫਾਰਮੈਂਸ ਦਿੱਤੀ ਔਰ ਉਹ ਸਾਰੇ ਪ੍ਰੋਸੈਸ ਦੇ ਵਿੱਚ ਇਹ ਤਿੰਨ ਦੀ ਟੀਮ ਜਿਹੜੀ ਹੈ ਰਲ ਕੇ ਚੱਲੇ ਤੇ ਚੌਥਾ ਵਿੱਚ ਆਉਣ ਨਾ ਦੇਣ ਤੇ ਸ਼ਾਇਦ ਜਿਹੜਾ ਹੈ ਇਹ ਕੰਮ ਜਿਹੜਾ ਕਾਂਗਰਸ ਲਈ ਕੇਕ ਵਾਕ ਵੀ ਬਣ ਸਕਦਾ। ਤੁਸੀਂ ਠੀਕ ਕਹਿ ਰਹੇ ਹੋ ਡਾਕਟਰ ਸਾਹਿਬ। OP ਸੋਨੀ ਕਹਿੰਦੇ ਸੀ ਹਰਨਾ ਨਹੀਂ ਜਾਣਦੇ। OP ਸੋਨੀ ਨੇ ਸਦਾ ਨਿੱਜੀ ਤੌਰ ਤੇ ਜਿੰਨੀਆਂ ਵੀ ਲੜਾਈਆਂ ਨੇ ਇਲੈਕਸ਼ਨ ਵਾਲੀਆਂ ਉਹ ਜਿੱਤੀਆਂ ਨੇ। ਉਹਨੂੰ ਪਾਰਟੀ ਦੀ ਟਿਕਟ ਮਿਲੇ ਨਾ ਮਿਲੇ ਉਹ ਆਜ਼ਾਦ ਵੀ ਲੜਿਆ ਤੇ ਮੇਅਰ ਵਜੋਂ ਵੀ ਉਹਦੇ ਕੰਮ ਬੋਲਦੇ ਰਹੇ ਆ। ਉੱਤੇ ਵਿਵਾਦ ਵੀ ਕਈ ਨੇ, ਲੇਕਿਨ ਇਸ ਵੇਲੇ ਉਹ ਚਿਹਰਾ ਬਣ ਗਿਆ, ਬ੍ਰਹਮ ਮਹਿੰਦਰਾ ਪਾਸੇ ਰਹਿ ਗਏ। ਮੈਂ ਪ੍ਰੋਫੈਸਰ ਬਲਕਾਰ ਸਿੰਘ ਆਖਰੀ ਜਿਹਾ ਸਵਾਲ ਹੈ, ਉਸ ਤੋਂ ਬਾਅਦ ਅਸੀਂ ਇੱਕ ਰਾਊਂਡ ਹੋਰ ਸ਼ਾਇਦ ਕਰ ਲਈਏ। ਇਹ ਸਵਾਲ ਮੈਨੂੰ ਇਹ ਦੱਸਿਓ ਕਿ ਜਦੋਂ ਲੜਾਈ ਦੇ ਵਿੱਚ ਭਾਵੇਂ ਕਿ ਕੋਈ ਵੀ ਕਾਮਯਾਬ ਨਹੀਂ ਹੋਇਆ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਚੰਨੀ ਫਿਰ ਉਵੇਂ ਹੀ ਆਏ ਜਿਵੇਂ ਜਾਖੜ ਨੂੰ ਪੇਸ਼ ਕਰਨਾ ਸੀਗਾ, ਜਿਹੜੀ ਲੜਾਈ ਅੰਦਰ ਹੋਈ, ਇਨ ਬਿਟਵੀਨ ਹੋਈ, ਉਹਦੇ ਵਿੱਚ ਸਿੱਧੂ ਔਰ ਰੰਧਾਵਾ ਦੇ ਰਿਸ਼ਤੇ ਸੁਖਾਵੇਂ ਨਹੀਂ ਰਹੇ ਹੋਣਗੇ। ਜੱਫੀ ਜਿੰਨੀ ਮਰਜ਼ੀ ਘੁੱਟ ਕੇ ਪੈਂਦੀ ਹੋਵੇ, ਟੀਸ ਅੰਦਰ ਹੋਊਗੀ, ਮੈਂ ਤੈਨੂੰ ਰੋਕਿਆ ਤੂੰ ਮੈਨੂੰ ਰੋਕਿਆ। ਇਹ ਸਾਰੀਆਂ ਲੜਾਈਆਂ ਦੇ ਚੱਲਦਿਆਂ ਇੱਕ ਸਾਂਝੇ ਪਲੇਟਫਾਰਮ ਤੋਂ, ਗਵਰਨਮੈਂਟ ਦੇ ਪਲੇਟਫਾਰਮ ਤੋਂ ਇਹ ਲੋਕ ਕਿੰਨੇ ਸਾਫ਼ ਸੁਥਰੇ 3 ਮਹੀਨੇ ਦਿਸ ਜਾਣਗੇ, ਜਾਂ ਅਗਲੀ 2022 ਦੀ ਲੜਾਈ ਤੋਂ ਪਹਿਲਾਂ ਇੱਕ ਅੰਦਰ ਧਮਾਕੇ ਫਿਰ ਹੋਣਗੇ, ਮੈਂ ਵੱਡਾ ਕਿ ਤੂੰ ਵੱਡਾ, ਮੈਂ ਜ਼ਿਆਦਾ ਇਮਾਨਦਾਰ ਜਾਂ ਤੂੰ ਜ਼ਿਆਦਾ ਇਮਾਨਦਾਰ। ਇਹ ਲੜਾਈ ਇਹਨਾਂ ਸਾਰੇ ਚਿਹਰਿਆਂ ਦੇ ਵਿੱਚ ਹੈਗੀ ਆ। ਸੁਖਜਿੰਦਰ ਸਿੰਘ ਰੰਧਾਵਾ ਔਰ ਸਿੱਧੂ ਸੇਮ, ਉਹ ਵੀ ਅਕਾਲੀਆਂ ਦੇ ਨਾਲ ਸਿੱਧਾ ਗਲੋ ਗਲੀ ਦੀ ਹੁੰਦੇ ਆ, ਸਿੱਧੂ ਵੀ ਗਲੋ ਗਲੀ ਦੀ ਹੁੰਦੇ ਆ। ਇਹ ਲੜਾਈ ਨੂੰ ਤੁਸੀਂ ਅਗਲੇ ਦਿਨਾਂ 'ਚ ਕਿਵੇਂ ਵੇਖ ਰਹੇ ਹੋ? ਕਿਵੇਂ ਸਾਂਭਿਆ ਜਾਊਗਾ ਇਹ ਮਟੀਰੀਅਲ? ਨਹੀਂ, ਮੈਨੂੰ ਰੰਧਾਵਾ ਸਾਹਿਬ ਇਸ ਤਰ੍ਹਾਂ ਨਹੀਂ ਕੋਈ ਲੱਗਦਾ ਕੋਈ ਵੱਡੀ ਲੜਾਈ ਵਾਲਾ, ਕਿਉਂਕਿ ਸਿਆਸਤ ਦੇ ਵਿੱਚ ਸਾਰੇ ਬੰਦਿਆਂ ਨੂੰ ਪਤਾ ਹੁੰਦਾ ਹੈ ਵੀ ਜੋ ਕੁਛ ਅਸੀਂ ਕਰ ਰਹੇ ਹਾਂ ਇਹਦਾ ਖਮਿਆਜਾ ਭੁਗਤਣਾ ਪੈਣਾ ਹੈ। ਇਸ ਵੇਲੇ ਸਿੱਧੂ ਜਿਹੜਾ ਹੈ, ਜਿਹੜੀ ਉਹਦੀ ਜੋ ਕੁਛ ਵੀ ਬਾਹਰ ਆ ਰਿਹਾ ਉਹਦੇ ਨਾਲ ਸਿੱਧੂ ਦਾ ਇਮੇਜ ਵਧਿਆ ਨਹੀਂ ਘਟਿਆ ਹੈ। ਇਹ ਸਿੱਧੂ ਨੂੰ ਪਤਾ ਲੱਗਣਾ ਹੀ ਹੈ। ਚੰਨੀ ਨੂੰ ਨਹੀਂ ਰੋਕਿਆ ਜਾ ਸਕਦਾ। ਇਹ ਯਾਦ ਰੱਖਣਾ ਚਾਹੀਦਾ ਕਾਂਗਰਸ ਨੂੰ ਕਿ ਜਿਸ ਮਾਤਰਾ ਵਿੱਚ ਚੰਨੀ ਹੁਣ ਸਟਰੋਂਗ ਹੋਏਗਾ ਉਸ ਮਾਤਰਾ ਵਿੱਚ ਹੀ ਕਾਂਗਰਸ ਤਗੜੀ ਹੋਏਗੀ। ਜੇ ਚੰਨੀ ਨੂੰ ਕਿਸੇ ਵੀ ਕਾਰਨ ਉਹ ਕਮਜ਼ੋਰ ਕਰ ਲੈਂਦੇ ਨੇ ਤੇ ਉਹ ਕਾਂਗਰਸ ਨੂੰ ਕੀਮਤ ਦੇਣੀ ਪਏਗੀ ਉਹਦੀ। ਇਹ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ। ਇਸ ਕਰਕੇ ਜਿਹੜੀ ਅੰਦਰਲੀ ਲੜਾਈ ਹੈ ਸਕਸੈਸਰ ਦੀ, ਉਹ ਲੜਾਈ ਤੇ ਚੱਲਦੀ ਰਹਿਣੀ ਹੈ। ਉਹਦੇ ਵਿੱਚੋਂ ਜੇ ਉਹ ਜਿਵੇਂ ਲੜਨਗੇ ਕਾਂਗਰਸ, ਕਿਉਂਕਿ ਕੇਂਦਰ ਜਿਹੜਾ ਹੈ, ਕੇਂਦਰ ਨੇ ਮਤਲਬ ਆਪਣੀ ਜਿਹੜੀ ਗੱਲ ਹੈ ਉਹ ਡਿਕਟੇਟ ਕੀਤੀ ਹੈ, ਕੰਮ ਕੀਤੀ ਹੈ, ਫਿਰ ਕਰ ਦੇਣਗੇ ਉਹ। ਇਹ ਤੇ ਮਤਲਬ ਨਤੀਜਾ ਨਿਕਲਣਾ ਹੀ ਆ। ਮੈਂ ਇਹ ਸਮਝਦਾ ਹਾਂ ਕਿ ਮਤਲਬ ਦੇਖੋ, ਜਿਵੇਂ ਚੰਨੀ ਨੇ ਅਮਰਿੰਦਰ ਨੂੰ ਨਾਲ ਲਿਆ ਹੈ, ਉਹਦੇ ਮਤਲਬ ਮੁਲਾਕਾਤ ਕੀਤੀ, ਉਹਨੂੰ ਕਿਹਾ, ਜਿਵੇਂ ਮਤਲਬ ਰੰਧਾਵੇ ਨੇ ਉਹਨੂੰ ਪਿਓ ਵਰਗਾ ਕਿਹਾ ਲੜਾਈ ਦੇ ਬਾਵਜੂਦ। ਇਹਦਾ ਮਤਲਬ ਇਹ ਹੈ ਕਿ ਕਾਂਗਰਸ ਨੂੰ ਇਹ ਪਤਾ ਹੈ ਕਿ ਅਮਰਿੰਦਰ ਜਿਸ ਵੀ ਫਾਰਮ ਵਿੱਚ ਹੋਵੇ ਉਹਦੀ ਮਦਦ ਚਾਹੀਦੀ ਹੈ ਤੇ ਉਹ ਮਦਦ ਸਾਰੇ ਲੈਣ ਨੂੰ ਤਿਆਰ ਹੈ। ਇਕੱਲਾ ਇੱਕ ਬੰਦਾ ਜਿਹੜਾ ਨਹੀਂ ਲੈਣ ਨੂੰ ਤਿਆਰ, ਤੇ ਉਹ ਵੀ ਇੱਕ ਬੰਦੇ ਦੇ ਖਿਲਾਫ ਹੈ, ਸਿੱਧੂ ਦੇ, ਮਤਲਬ ਅਮਰਿੰਦਰ ਵੀ। ਜਿਹੜੀ ਅਸਲ ਲੜਾਈ ਹੈ ਉਹ ਹੈ ਅਮਰਿੰਦਰ ਤੇ ਸਿੱਧੂ ਦੀ। ਹੁਣ ਅਮਰਿੰਦਰ ਕੋਲ ਤੇ ਗਵਾਉਣ ਨੂੰ ਕੁਛ ਹੈ ਨਹੀਂ। ਸਿੱਧੂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹਦੇ ਕੋਲ ਗਵਾਉਣ ਨੂੰ ਬਹੁਤ ਕੁਛ ਹੈ। ਅਲਟੀਮੇਟਲੀ ਹੋਣਾ ਹੈ ਕਿ ਜੇ ਇਸ ਤਰ੍ਹਾਂ ਚੱਲਿਆ, ਕਾਂਗਰਸ ਵੱਡੀ ਪਾਰਟੀ ਹੈ। ਮੈਂ ਪ੍ਰੈਡਿਕਟ ਕਰਨਾ ਚਾਹੁੰਦਾ ਕਿ ਜੇ ਸਿੱਧੂ ਨੇ ਆਪਣਾ ਸੁਭਾਅ ਨਾ ਬਦਲਿਆ ਤਾਂ ਸਟੇਟ ਦੇ ਵਿੱਚੋਂ ਮਤਲਬ ਕੇਂਦਰ 'ਚ ਜਾਣਾ ਪਏਗਾ ਉਹਨੂੰ। ਉਹ ਸਟੇਟ 'ਚ ਰਹਿ ਨਹੀਂ ਸਕੇਗਾ ਕਿਉਂਕਿ ਲੋਕ ਵੀ ਸਟੇਟ। ਲੇਕਿਨ ਇੱਕ ਪ੍ਰੈਡਿਕਸ਼ਨ ਸਿਆਸੀ ਪੰਡਤ, ਸਿਆਸੀ ਮਾਹਿਰ ਹੋਰ ਵੀ ਕਰਨਾ ਚਾਹਣਗੇ, ਜੇ ਕੈਪਟਨ ਅਮਰਿੰਦਰ ਸਿੰਘ, ਜੇ ਚੰਨੀ ਇਸੇ ਤੋਰੇ ਅੱਗੇ ਵੱਧਦੇ ਰਹਿੰਦੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਦੀ ਪੋਲਿਟਿਕਸ ਦੇ ਵਿੱਚੋਂ ਬਾਹਰ ਹੋਣਾ ਬਹੁਤ ਬਟ ਨੈਚੁਰਲ ਆ। ਉਹਨਾਂ ਦਾ ਬਾਹਰ ਹੋਣਾ ਮੈਨੂੰ ਲੱਗਦਾ ਹੈ ਕਿ ਨੈਚੁਰਲ ਪ੍ਰਕਿਰਿਆ ਹੋਊਗੀ। ਕੈਪਟਨ ਅਮਰਿੰਦਰ ਸਿੰਘ ਸ਼ਾਂਤੀ ਨਾਲ ਬੈਠ ਕੇ ਵੇਖ ਨਹੀਂ ਸਕਣਗੇ 2022 ਦੇ ਵਿੱਚ। ਜੇ ਉਹਨਾਂ ਦੀ ਕੋਈ ਜ਼ਿਆਦਾ ਸਿਆਸੀ ਵਕਤ ਕਾਂਗਰਸ 'ਚ ਨਹੀਂ ਰਹਿੰਦੀ ਤਾਂ ਉਹ ਖਤਮ ਹੋਣਗੇ, ਕਿਉਂਕਿ ਉਮਰ ਦਾ ਵੀ ਤਕਾਜ਼ਾ ਹੈ। ਸ਼ਾਇਦ ਉਹ ਅਗਲੇ ਮਹੀਨੇ, 1.5 ਮਹੀਨੇ ਦੇ ਵਿੱਚ ਆਪਣੇ ਲਈ ਬੀਜੇਪੀ ਵਰਗਾ ਕੋਈ ਵੱਡਾ ਪਲੇਟਫਾਰਮ ਤਲਾਸ਼ਣ। ਉਹ ਬੀਜੇਪੀ ਲਈ ਫਾਈਟ ਕਰਨਾ ਚਾਹਣਗੇ, ਬਜਾਏ ਕਿ ਉਹ ਸਪੇਅਰ ਖਿਡਾਰੀਆਂ ਦੇ ਵਾਂਗ ਬੈਠੇ ਰਹਿਣ ਨਾਲੋਂ।
ਤੇ ਬੀਜੇਪੀ 'ਚ ਲੜਾਈ ਲੜ ਕੇ ਜੇ ਉਹ ਹਾਰ ਵੀ ਜਾਂਦੇ ਆ ਤਾਂ ਉਹਨਾਂ ਨੂੰ ਗਵਰਨਰ ਵਗੈਰਾ ਬਣਾਉਣਾ ਮੋਦੀ ਲਈ ਬਹੁਤ ਆਸਾਨ ਹੋਊਗਾ। ਕੈਪਟਨ ਅਮਰਿੰਦਰ ਸਿੰਘ ਗੋਟੀਆਂ ਫਿੱਟ ਕਰ ਰਹੇ ਹੋਣਗੇ ਇਸ ਵੇਲੇ। ਦੋਨਾਂ ਲਈ ਇਕੱਠਾ ਸਵਾਲ ਆ, ਮੈਨੂੰ ਲੱਗਦਾ ਹੈ ਕਿ 2022 ਦੇ ਵਿੱਚ ਹੁਣ ਇਹੀ ਟੀਮ ਜਾਊਗੀ, ਚੰਨੀ ਹੀ ਚਿਹਰਾ ਹੋਣਗੇ ਕਿਉਂਕਿ ਉਹ ਅਨਸਰ ਦੀ ਲੋੜ ਆ ਹਾਈ ਕਮਾਂਡ ਦੀ। ਸਿੱਧੂ ਉਹਨਾਂ ਦੇ ਨਾਲ ਸਪੋਰਟ ਸਿਸਟਮ 'ਚ ਜਾਂਦੇ ਆ ਕਿ ਨਹੀਂ ਜਾਂਦੇ? ਕਾਂਗਰਸ ਲਈ 2024 ਤੋਂ ਪਹਿਲਾਂ ਕੋਈ ਵੀ ਦਲਿਤ ਕਾਰਡ ਖੇਡ ਕੇ ਉਹਨੂੰ ਪਾਸੇ ਕਰਨਾ ਸ਼ਾਇਦ ਹੁਣ ਮੇਰਾ ਨਹੀਂ ਖਿਆਲ ਕਿ ਉਹਨਾਂ ਕੋਲੋਂ ਸੰਭਵ ਹੋਵੇ। ਕੀ ਕਹਿੰਦੇ ਹੋ? ਦੇਖੋ ਜੀ ਰੰਧਾਵਾ ਸਾਹਿਬ, ਇੱਕ ਗੱਲ ਜਿਹੜੀ ਹੈ ਸਪਸ਼ਟ ਸਮਝ ਲਓ ਕਿ ਅੰਦਰ ਦੀ ਲੜਾਈ ਜਿਹੜੀ ਹੈ ਉਸੇ ਵੇਲੇ ਖਤਮ ਹੋਏਗੀ ਜੇਕਰ ਚੰਨੀ ਜਿਹੜਾ ਵੱਡੀ ਲਕੀਰ ਖਿੱਚ ਲੈਂਦਾ ਤੇ ਜੇ ਉਹ ਫਿਰ ਇਹ ਇੰਟਰੀਗ ਔਰ ਇਹਨਾਂ ਗੱਲਾਂ ਦੇ ਤੋਂ ਬਾਹਰ ਹੈ। ਔਰ ਉਹ ਤਾਂ ਹੀ ਸੰਭਵ ਹੋਏਗਾ ਜੇਕਰ ਕੈਬਨਿਟ ਦਾ ਤੇ ਜਾਂ ਘੱਟੋ ਘੱਟ ਜਿਹੜੇ 2 ਡਿਪਟੀ ਸੀਐਮ ਰਲ ਕੇ ਜੇਕਰ ਕੰਮ ਕਰਨਗੇ ਔਰ ਉਹਦੇ ਵਿੱਚ ਚੌਥੇ ਦਾ ਦਖਲ ਨਹੀਂ ਹੋਏਗਾ। ਜੇਕਰ ਚੌਥੇ ਦਾ ਦਖਲ ਜਿਵੇਂ ਅੱਜ ਪਹਿਲੇ ਦਿਨ ਨਜ਼ਰ ਆਇਆ, ਜੇ ਚੌਥੇ ਦਾ ਦਖਲ ਰਿਹਾ ਤੇ ਫਿਰ ਉਸ ਜਿਹੜੀ ਹੈ ਅੰਦਰ ਜਿਹੜੀਆਂ ਸਾਜ਼ਿਸ਼ਾਂ ਹੋਣਗੀਆਂ ਉਹਦੇ ਨਾਲ ਕਾਂਗਰਸ ਨੂੰ ਨੁਕਸਾਨ ਹੋਏਗਾ। ਭਾਵੇਂ ਫਾਇਦਾ ਜਿਹੜਾ ਹੈ ਉਹ ਜਿਵੇਂ ਬਲਕਾਰ ਸਿੰਘ ਕਹਿੰਦੇ ਨੇ ਉਹਦੇ ਵਿੱਚ ਸਿੱਧੂ ਨੂੰ ਫਾਇਦਾ ਨਹੀਂ ਹੋਣਾ, ਉਹਦਾ ਗ੍ਰਾਫ ਦਿਨੋਂ ਦਿਨ ਥੱਲੇ ਡਿੱਗਣਾ ਔਰ ਉਹਨੂੰ ਚਾਹੀਦਾ ਹੈ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਸਤਿਕਾਰ ਨਾਲ ਘੱਟੋ ਘੱਟ ਬਾਹਰ ਪ੍ਰਾਈਵੇਟ ਤੁਸੀਂ ਜੋ ਮਰਜ਼ੀ ਕਹੋ, ਉਹਨੂੰ ਸਤਿਕਾਰ ਨਾਲ ਉਹਦਾ ਇਮੇਜ ਜਿਹੜਾ ਬੂਸਟ ਕਰਨਾ ਚਾਹੀਦਾ ਹੈ ਤਾਂ ਕਿ ਅੱਗੋਂ ਕਾਂਗਰਸ ਜਿੱਤ ਸਕੇ, ਨਾ ਕਿ ਸਿੱਧੂ ਜਿੱਤ ਸਕੇ। ਸਿੱਧੂ ਆਪਣੇ ਆਪ ਹੀ ਜਿੱਤਣ ਦੀ ਗੱਲ ਹੈ, ਨਿੱਜ ਦੀ ਲੜਾਈ ਉਹ ਨਾ ਲੜੇ, ਨਿੱਜ ਦੇ ਸਵਾਰਥ ਨੂੰ ਉਹ ਸਾਹਮਣੇ ਨਾ ਰੱਖੇ। ਇਸ ਵੇਲੇ ਉਹ ਕਾਂਗਰਸ ਨੂੰ ਸਾਹਮਣੇ ਰੱਖੇ, ਕਾਂਗਰਸ ਦੀ ਪਰਫਾਰਮੈਂਸ ਜਿਹੜੀ ਹੈ ਜੱਜ ਕਰੇ, ਪਿੱਛੇ ਬੈਠ ਕੇ ਥੋੜ੍ਹੀ ਬਹੁਤੀ ਸਲਾਹ ਦੇਣੀ ਜਿਹੜਾ ਪ੍ਰੈਜ਼ੀਡੈਂਟ ਦਾ ਫਰਜ਼ ਹੁੰਦਾ ਹੈ ਉਹ ਸਲਾਹ ਦੇਵੇ, ਲੇਕਿਨ ਉਹ ਕਦੀ ਬਾਹਰ ਨਹੀਂ ਆਉਂਦੀ ਹੁੰਦੀ। ਸੋ ਉਸ ਗੱਲ ਦੇ ਵਿੱਚ ਜੇਕਰ ਡਾਕਟਰ ਮਨਮੋਹਨ ਸਿੰਘ ਜਿਹੜੇ ਸਨ ਉਹ ਪ੍ਰਾਈਮ ਮਿਨਿਸਟਰ ਸਨ ਤੇ ਸੋਨੀਆ ਗਾਂਧੀ ਜਿਹੜੀ ਸੀ ਉਹ ਇੰਨੀ ਕੁ ਪ੍ਰਾਈਵੇਟਲੀ ਸਲਾਹ ਦਿੰਦੀ ਸੀ ਔਰ ਉਹਦੇ ਵਿੱਚ ਉਹਨੇ ਕਦੀ ਆਪਣਾ ਜਿਹੜਾ ਸੀ ਉਹ ਨਹੀਂ ਸਿੱਧਾ। ਗੱਲ ਲੰਬੀ ਨਾ ਹੋ ਜਾਏ, ਸਫਿਆ ਜਿਵੇਂ ਮਨਰੇਗਾ ਦੇ ਵਿੱਚ ਮਨਮੋਹਨ ਸਿੰਘ ਉਹਦੀ ਹੱਕ 'ਚ ਨਹੀਂ ਸਨ, ਲੇਕਿਨ ਸੋਨੀਆ ਜਿਹੜੀ ਸੀ ਉਹਦੇ 'ਚ ਹੱਕ ਸੀ ਔਰ ਅੰਦਰ ਦੀ ਜਿਹੜੀ ਉਹ ਗੱਲ ਸੀ ਉਹਨੇ ਮਤਲਬ ਮਨਮੋਹਨ ਸਿੰਘ ਨੂੰ ਮਨਾ ਕੇ ਕੀਤਾ, ਲੇਕਿਨ ਬਾਹਰ ਉਹਨੇ ਕਦੀ ਇਹੋ ਜਿਹਾ ਬਿਆਨ ਜਿਹੜਾ ਉਹ ਨਹੀਂ ਦਿੱਤਾ। ਅੱਜ ਵੀ ਉਹ ਮਨਰੇਗਾ ਦਾ ਕ੍ਰੈਡਿਟ ਮਨਮੋਹਨ ਸਿੰਘ ਨੂੰ ਦਿੰਦੀ ਹੈ ਕਿ ਮਨਰੇਗਾ ਜਿਹੜਾ ਉਹਨੇ ਬਣਾਇਆ। ਸੋ ਜੇਕਰ ਤੇ ਸਿੱਧੂ ਇਹ ਰੋਲ ਰੱਖਦਾ ਜਿਹੜਾ ਸੋਨੀਆ ਗਾਂਧੀ ਨੇ ਰੋਲ ਰੱਖਿਆ ਤੇ ਫਿਰ ਤਾਂ ਜਿਹੜੀ ਹੈ ਉਹ ਸਿੱਧੂ ਦਾ ਇਮੇਜ ਬਦਲੇਗਾ, ਨਹੀਂ ਤੇ ਸਿੱਧੂ ਜਿਹੜਾ ਹੈ ਉਹ ਇੱਕ ਕਿਉਂਕਿ ਜਿਸ ਢੰਗ ਨਾਲ ਉਹ ਬੋਲਦਾ, ਜਿਸ ਢੰਗ ਨਾਲ ਉਹਦੀਆਂ ਬਾਹਾਂ ਕੰਮ ਕਰਦੀਆਂ ਨੇ ਦੂਜੀਆਂ ਕਰਦੀਆਂ ਨੇ, ਉਹ ਕਿਸੇ ਪੜ੍ਹੇ ਲਿਖੇ ਲੋਕਾਂ ਵਾਲੇ ਵਿੱਚ ਪ੍ਰਭਾਵਸ਼ਾਲੀ ਨਹੀਂ ਰਹਿਣਾ ਔਰ ਬਹੁਤਾ ਚਿਰ ਨਹੀਂ ਹੋਏਗਾ। ਸਿਰਫ ਲੋੜ ਹੈ ਕਿ ਚੰਨੀ ਨੂੰ ਵੱਡੀ ਲਕੀਰ ਆਪ ਖਿੱਚਣੀ ਚਾਹੀਦੀ ਹੈ ਔਰ ਉਹ ਖਿੱਚਣ ਦੇ ਵਿੱਚ ਬਾਕੀ ਦੋਵਾਂ ਡਿਪਟੀ ਜਿਹੜੇ ਸੀਐਮ ਨੇ ਉਹਨਾਂ ਦਾ ਸਲਾਹ ਤੇ ਗਰੁੱਪ ਬਣਾ ਕੇ ਚੱਲਣਾ ਚਾਹੀਦਾ। ਠੀਕ ਹੈ ਡਾਕਟਰ ਸਾਹਿਬ, ਠੀਕ ਹੈ ਡਾਕਟਰ ਸਾਹਿਬ, ਲੰਬੀ ਵੱਡੀ ਲਕੀਰ ਖਿੱਚਣੀ ਚਾਹੀਦੀ ਹੈ ਔਰ ਲਕੀਰਾਂ ਖਿੱਚਣੀਆਂ ਚਾਹੀਦੀਆਂ ਸਿਆਸਤ ਵਿੱਚ, ਕਿਉਂਕਿ ਕੁਰਸੀ ਦਾ ਪਤਾ ਨਹੀਂ ਕਦੋਂ ਕੌਣ ਖਿੱਚ ਕੇ ਪਿੱਛੋਂ ਲੈ ਜੇ। ਜਿੰਨਾ ਕਿ ਵੀ ਸਮਾਂ ਮਿਲੇ ਚਰਨਜੀਤ ਸਿੰਘ ਚੰਨੀ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਜਿਹੜੇ ਬਹੁਤ ਬਰਨਿੰਗ ਇਸ਼ੂ ਆ ਉਹਨਾਂ ਨੂੰ ਹੱਥ ਪਾ ਲੇ, ਭਾਵੇਂ ਅੱਗੇ ਕੋਈ ਵੀ ਹੋਵੇ। ਮੈਂ ਜਾਂਦੇ ਜਾਂਦੇ ਪ੍ਰੋਫੈਸਰ ਬਲਕਾਰ ਸਿੰਘ ਤੁਹਾਨੂੰ ਜਿਹੜੀ ਕੈਪਟਨ ਅਮਰਿੰਦਰ ਸਿੰਘ ਵਾਲੀ ਗੱਲ ਕਹੀ ਆ ਕਿ ਉਹ ਸਪੇਅਰਾਂ 'ਚ ਨਹੀਂ ਖੇਡਣਾ ਚਾਹਣਗੇ, ਮੈਨੂੰ ਲੱਗਦਾ ਵੀ ਉਹ ਉਮਰ ਦੇ ਇਸ ਪੜਾਅ ਤੇ 2022 ਵਾਲੀ ਗੇਮ ਖੇਡਣਾ ਚਾਹਣਗੇ। ਬੀਜੇਪੀ ਸਭ ਤੋਂ ਸੌਫਟ ਪਲੇਟਫਾਰਮ ਹੈ ਉਹਨਾਂ ਲਈ, ਤੇ ਜੇ ਉੱਥੋਂ ਹਾਰ ਵੀ ਜਾਂਦੇ ਆ ਤਾਂ ਕਿਸੇ ਰਾਜ ਦੀ ਗਵਰਨਰ ਹੀ 5 ਸਾਲ ਲਈ ਵੱਟ ਤੇ ਪਈ ਆ। ਕੀ ਕਹਿੰਦੇ ਹੋ? ਜਿਹੋ ਜਿਹੇ ਬਾਕੀ ਗੱਲਾਂ ਚਿਪਕਾਈਆਂ ਗਈਆਂ ਨੇ ਉਹਦੇ ਤੇ, ਇਹ ਗੱਲ ਵੀ ਚਿਪਕਾਈ ਜਾ ਰਹੀ ਹੈ ਉਹਦੇ ਤੇ ਜੀ। ਮੇਰੇ ਮੁਤਾਬਕ ਅਮਰਿੰਦਰ ਦੀ ਪੋਜੀਸ਼ਨ ਐਡੀ ਵੱਡੀ ਹੋ ਗਈ ਹੈ ਕਿ ਉਹ ਕਿੰਗ ਮੇਕਰ ਹੈ। ਅਗਲੀ ਜਿਹੜੀ ਭਾਵੇਂ ਉਹ ਜਿਹੜਾ ਵੀ ਮਰਜ਼ੀ ਉਹਦਾ ਸਕਸੈਸਰ ਹੋਵੇ, ਉਹਦੀ ਮਰਜ਼ੀ ਬਿਨਾ ਉਹਦੀ ਸਪੋਰਟ ਬਿਨਾ ਨਹੀਂ ਹੋ ਸਕਦਾ। ਮੈਂ ਇਹ ਕਹਿਣਾ, ਜਿੱਥੋਂ ਤੱਕ ਗੱਲ ਵੱਡੀ ਲਕੀਰ ਖਿੱਚਣ ਦਾ, ਨਹੀਂ ਕਾਂਗਰਸ ਦੇ ਵਿੱਚ ਕੇ ਬਾਹਰ, ਕਾਂਗਰਸ ਦੇ ਵਿੱਚ ਕੇ ਬਾਹਰ ਹੀ ਰਹੇਗਾ। ਜਿੱਥੇ ਅਮਰਿੰਦਰ ਨੇ ਬਾਹਰ ਜਾਣਾ ਹੁੰਦਾ ਤੇ ਕੋਈ ਉਹਨੂੰ ਕੋਈ ਰੋਕ ਨਹੀਂ ਸਕਦਾ ਸੀ, ਉਹ ਭੰਗ ਕਰਾਦਾ ਹੋਰ ਕਿਹੋ ਜਿਹੇ ਤਰੀਕੇ ਕਰ ਸਕਦਾ ਸੀ। ਪਰ ਕੈਪਟਨ ਅਮਰਿੰਦਰ ਸਿੰਘ ਵਿਲਨ ਕਿਉਂ ਬਣਦੇ? ਭੰਗ ਕਰਵਾ ਕੇ ਉਹ ਵਿਲਨ ਬਣਨਾ ਚਾਹਣਗੇ ਸਿਆਸਤ ਦੇ ਇਸ ਮੋੜ ਤੇ? ਮੈਨੂੰ ਲੱਗਦਾ ਸਿਆਣਪ ਵਾਲਾ ਪੱਤਾ ਖੇਡਿਆ ਕਿਉਂਕਿ ਉਹਨਾਂ ਕੋਲ ਪਿੱਛੇ ਇੱਕ ਪਲੇਟਫਾਰਮ ਪਿਆ ਸੀ। ਇਹ ਤੁਹਾਡੀ ਰਾਏ ਹੈ, ਮੇਰੀ ਰਾਏ ਇਹ ਹੈ ਕਿ ਉਹ ਜਦੋਂ ਜੇ ਭਾਜਪਾ ਜਾਂਦੇ ਨੇ ਤਾਂ ਵਿਲਨ ਫਿਰ ਵੀ ਬਣ ਜਾਣਗੇ। ਉਹਦੇ ਲਈ ਸਾਰੀ ਉਮਰ ਦੀ ਕੀਤੀ ਕਤਰੀ ਜਿਹੜੀ ਹੈ ਉਹ ਮਤਲਬ ਇੱਕ ਪਾਸੇ ਹੋ ਜਾਏਗੀ, ਨਹੀਂ ਉਹ ਕਰਨਗੇ ਇਹੋ ਜਿਹੀ ਗੱਲ। ਭਾਵੇਂ ਕਿਸਾਨੀ ਮਸਲਾ ਹੱਲ ਹੋਣ, ਜੇ ਕਿਸਾਨੀ ਮਸਲਾ ਹੱਲ ਹੁੰਦਾ ਫਿਰ ਮੈਂ ਉਹਦੀ ਗੱਲ ਕਰਦਾ, ਫਿਰ ਇਹਦੀਆਂ ਸੰਭਾਵਨਾ ਹੋ ਸਕਦੀਆਂ ਨੇ। ਜੇ ਕਿਸਾਨੀ ਮਸਲਾ ਹੱਲ ਹੋ ਜਾਏ ਤਾਂ ਫਿਰ ਸੰਭਾਵਨਾਵਾਂ ਹੋ ਸਕਦੀਆਂ ਨੇ। ਪਰ ਮੈਂ ਇਹ ਸਮਝ ਆਏ ਹਾਂ ਕਿ ਜਿਹੜੀ ਉਹਦੀ ਪੋਜੀਸ਼ਨ ਹੈ ਕਾਂਗਰਸ ਦੇ, ਮਤਲਬ ਭਾਵੇਂ ਜੋ ਮਰਜ਼ੀ ਕੀਤਾ ਹੋਵੇ, ਇਸ ਵੇਲੇ ਵੀ ਉਹਦੀ ਇੱਜ਼ਤ ਮਾਨ ਜਿਹੜੀ ਹੋ ਰਹੀ ਹੈ ਉਹ ਪਾਰਟੀ ਦੇ ਅੰਦਰ ਬਹੁਤ ਚੱਲੇ। ਮੈਂ ਲਕੀਰ ਖਿੱਚਣ ਦੀ ਗੱਲ ਸੀ, ਤੁਸੀਂ ਇਹ ਅੰਡਰਸਟੈਂਡ ਕਰ ਲੈਣੀ ਚਾਹੀਦੀ ਗੱਲ ਕਿ ਇੰਡੀਵਿਜੂਅਲ ਕੰਟਰੀਬਿਊਸ਼ਨ ਦਾ ਜ਼ਮਾਨਾ ਜਾਂਦਾ ਰਿਹਾ ਅਮਰਿੰਦਰ ਸਿੰਘ ਦੇ ਨਾਲ ਹੀ। ਹੁਣ ਹੈ ਕਲੈਕਟਿਵ ਕੰਟਰੀਬਿਊਸ਼ਨ ਦਾ ਜ਼ਮਾਨਾ।
ਜਿਹੜਾ ਐਸਪੀ ਸਿੰਘ ਸੰਕੇਤ ਕਰ ਰਹੇ ਸੀ। ਹੁਣ ਜਿਹੜੀ ਟੀਮ ਹੈ ਸੋਨੀ ਦੀ, ਰੰਧਾਵੇ ਦੀ ਤੇ ਇਹਦੀ, ਉਹ 3-1 ਜਣੇ ਨੇ। ਜੋ 3-3 ਵਾਂਗੂ ਚੱਲਣਗੇ ਤੇ ਉਹਦੇ ਚ ਚੌਥਾ ਆ ਜਾਏਗਾ ਤੇ ਉਹ ਆਪਣੇ ਜਗੜ ਗੜਬੜ ਹੋ ਜਾਏਗੀ। ਉਹਨਾਂ ਤਿੰਨਾਂ ਨੂੰ ਹੁਣ ਮਤਲਬ ਚੱਲਣਾ ਪਏਗਾ, ਕਿਉਂਕਿ ਹੁਣ ਵੇਖਣਾ ਇਹ ਪੈਣਾ ਹੈ। ਇਸ ਵੇਲੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਹੋਮ ਡਿਪਾਰਟਮੈਂਟ ਕਿਹਦੇ ਕੋਲ ਹੈ। ਹੋਮ ਡਿਪਾਰਟਮੈਂਟ ਉਹਦੇ ਕੋਲ ਹੋਣਾ ਚਾਹੀਦਾ ਜਿਹੜਾ ਐਕਟ ਕਰ ਸਕਦਾ ਹੈ, ਜਿਹੜਾ ਡਾਇਨਾਮਿਕ ਹੋ ਸਕਦਾ ਹੈ। ਹੁਣ ਹੋਮ ਡਿਪਾਰਟਮੈਂਟ ਮਤਲਬ ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਦੇਣ, ਉਹਨਾਂ ਦਾ ਆਪਣਾ ਪ੍ਰੈਰੋਗੇਟਿਵ ਹੈ, ਜੋ ਮਰਜ਼ੀ ਕਰਨ, ਪਰ ਹੋਮ ਡਿਪਾਰਟਮੈਂਟ ਨੇ ਮਤਲਬ ਬਰਗਾੜੀ ਵਾਲਾ ਇਸ਼ੂ ਕਰਨਾ ਹੈ, ਹੋਮ ਡਿਪਾਰਟਮੈਂਟ ਨੇ ਬਾਕੀ ਇਸ਼ੂ ਜਿਹੜੇ ਕਰਨੇ ਨੇ, ਤੇ ਹੋਮ ਡਿਪਾਰਟਮੈਂਟ ਦਾ ਹੀ ਝਗੜਾ ਹੈ। ਜੇ ਉਹ ਕੋਈ ਉਹਨੂੰ ਮੱਲਾ ਮਾਰ ਕੇ ਬਹਿ ਜਾਏਗਾ, ਜਦ ਤੇ ਉਹ ਡਿਕਟੇਸ਼ਨ ਸਿੱਧੂ ਦੀ ਨਾ ਚੱਲ ਰਹੀ ਹੈ ਨਾ ਚੱਲਣੀ ਹੈ, ਮੇਰਾ ਯਕੀਨ ਇਹ ਹੈ। ਕਿਉਂਕਿ ਅੱਛਾ ਪ੍ਰੋਫੈਸਰ ਸਾਹਿਬ ਜਾਂਦੇ ਜਾਂਦੇ ਇਹ ਤਿੰਨਾਂ ਦੀ ਗੱਲ ਨਹੀਂ, ਅਜੇ 15 ਹੋਰ ਆਉਣੇ ਨੇ। ਮੈਨੂੰ ਇੱਕ ਦੋਨੇ ਜਾਣੇ ਇਹ ਦੱਸ ਦਿਓ ਕਿ ਜਿਹੜੇ 15 ਆਉਣੇ ਨੇ ਉਹ ਧੜਿਆਂ ਚੋਂ ਆਉਣਗੇ, ਕੈਪਟਨ ਕੈਂਪ ਚੋਂ ਵੀ ਆਉਣਗੇ, ਪੁਰਾਣਿਆਂ ਚੋਂ ਕਿੰਨੇ ਚਿਹਰੇ ਆ ਜਾਣਗੇ, ਜਾਂ ਕਿਹੋ ਜਿਹੇ ਬੰਦੇ ਲਾਉਣੇ ਚਾਹੀਦੇ ਆ? ਸਾਡੇ ਕੋਲ ਮਿੰਟ ਰਹਿ ਗਿਆ, 1.5 ਅਸੀਂ ਅੱਗੇ ਸਮਾਂ ਲੰਘ ਆਏ ਆ। ਦੋਨਾਂ ਕੋਲੋਂ 1-1 ਮਿੰਟ ਲਈ ਮੈਨੂੰ ਦੱਸਿਓ ਵੀ ਅਗਲੀ ਟੀਮ ਕਿਹੋ ਜਿਹੀ ਹੋਊਗੀ, ਚੁਣੂਗੀ ਹਾਈ ਕਮਾਂਡ, ਜਾਂ ਇਹਨਾਂ ਤਿੰਨਾਂ ਦੀ ਵੀ ਚੱਲੂਗੀ, ਜਾਂ ਸਿੱਧੂ ਕੱਲੇ ਦੀ ਚੱਲੂਗੀ? ਅਮਰਿੰਦਰ ਕੈਂਪ ਚੋਂ ਕਿੰਨੇ ਬੰਦੇ ਹੋਣਗੇ? ਦੇਖੋ, ਇੱਕ ਗੱਲ ਜਿਹੜੀ ਹੈ ਉਹ ਬ੍ਰਹਮਿੰਦਰੇ ਦਾ ਵਿੱਚ ਮਾਈਨਸ ਹੋਣਾ, ਉਹ ਧੜੇਬੰਦੀ ਨੂੰ ਜ਼ਿਆਦਾ ਪੱਕਾ ਕਰਨ ਵਾਲੀ ਗੱਲ ਹੈ। ਜਿਵੇਂ ਇਹ ਗੱਲ ਮੰਨੀ ਜਾਂਦੀ ਹੈ ਕਿ ਬ੍ਰਹਮਿੰਦਰਾ ਨੂੰ ਇਹ ਪਟਿਆਲੇ ਚੋਂ ਮੰਤਰੀ ਕਰਨਾ ਚਾਹੁੰਦੇ, ਕਿਉਂਕਿ ਉਹ ਪਟਿਆਲੇ ਨੂੰ ਵੀ ਆਪਣੀ ਰਣ ਭੂਮੀ ਬਣਾਉਣਾ ਚਾਹੁੰਦੇ ਨੇ ਸਿੱਧੂ ਦੀ, ਜਿਸ ਕਰਕੇ ਜਿਹੜਾ ਇਹ ਜਿਹੜਾ ਕਾਰਡ ਜਿਹੜਾ ਖਿੱਚਿਆ ਗਿਆ। ਪਰ ਜੇਕਰ ਚੰਨੀ ਉਰੀ ਸਿਆਣਪ ਦੇ ਨਾਲ ਚੱਲਣਗੇ ਤੇ ਸਾਰੇ ਧੜਿਆਂ ਨੂੰ ਜਿਹੜਾ ਹੈ ਉਹ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਦੇ ਕੇ ਆਪਣੇ ਆਪ ਨੂੰ ਨਾਲ ਪੱਕਾ ਕਰਨਗੇ, ਤੇ ਫਿਰ ਤੇ ਉਹ ਗੱਲ ਜਿਹੜੀ ਹੈ ਮੰਨੀ ਜਾ ਸਕਦੀ ਹੈ। ਲੇਕਿਨ ਇਹ ਗੱਲ ਜਿਹੜੀ ਹੈ ਜ਼ਰੂਰ ਸਮਝ ਆਉਂਦੀ ਹੈ ਕਿ ਅੱਜ ਵੀ ਜਿਹੜੀ ਹੈ ਖਬਰ ਚੱਲ ਰਹੀ ਸੀ ਕਿ ਚੰਨੀ ਉਰੀ ਕੈਪਟਨ ਦੇ ਘਰ ਜਿਹੜਾ ਨੇ ਉਹ ਜਾਣ ਦਾ ਪ੍ਰੋਗਰਾਮ ਬਣਾ ਰਹੇ ਨੇ। ਅੱਜ ਨਹੀਂ, ਕੱਲ ਦੇ ਦਿਨ ਵਿੱਚ ਉਹਨਾਂ ਦਾ ਨਾਂ ਜਿਹੜਾ ਆਉਂਦਾ ਹੈ ਕਿ ਉਹਨਾਂ ਜਾਣਾ ਹੈ, ਔਰ ਉਹ ਇਹ ਗੱਲ ਕਨਵੇਡ ਹੈ ਪੁਲਿਸ ਨੂੰ ਕਿ ਚੰਨੀ ਉਰੀ ਜਿਹੜੇ ਨੇ ਸਿਸਵਾ ਫਾਰਮ ਜਿਹੜੇ ਨੇ ਉਹ ਜਾਣਾ ਉਹਨਾਂ ਦੇ ਨਾਲ। ਜਿਹੜੀ ਗੱਲ ਲੱਗਦੀ ਹੈ, ਜਿਵੇਂ ਸੁਖਜਿੰਦਰ ਰੰਧਾਵਾ ਨੇ ਵੀ ਕਿਹਾ, ਦੂਜਾ ਵੀ, ਸ਼ਾਇਦ ਇਹ ਤਿੰਨੇ ਹੀ ਜਿਹੜੇ ਨੇ, ਜਿਹੜਾ ਸੀਐਮ ਔਰ ਡਿਪਟੀ ਸੀਐਮ ਰਲ ਕੇ ਜੇ ਤਿੰਨੇ ਜਾ ਕੇ ਕੈਪਟਨ ਕੋਲ ਕਰਟਸੀ ਕਾਲ ਲਈ ਜਾਂਦੇ ਨੇ, ਤੇ ਸ਼ਾਇਦ ਜਿੰਨੀਆਂ ਸਪੈਕੂਲੇਸ਼ਨ ਹੈ ਨੇ ਉਹ ਸਾਰੀਆਂ ਖਤਮ ਹੋ ਜਾਣਗੀਆਂ। ਲੇਕਿਨ ਕੈਪਟਨ ਦੀ ਇੱਕ ਸ਼ਰਤ ਬਗੈਰ ਦੱਸਿਓ ਹੋਏਗੀ ਕਿ ਇਹ ਸਿੱਧੂ ਨੂੰ ਜ਼ਰਾ ਪਾਰ ਰੱਖੋ। ਅਸੀਂ ਵੀ ਸਮਝਦੇ ਹਾਂ ਕਿ ਚੰਨੀ ਦਾ, ਰੰਧਾਵਾ ਦਾ ਔਰ ਸੋਨੀ ਦਾ ਭਲਾ ਇਸੇ ਕਰਕੇ ਹੈ, ਜੇਕਰ 3 ਇਕੱਠੇ ਚੱਲਣ, ਜਿਵੇਂ ਬਲਕਾਰ ਸਿੰਘ ਨੇ ਕਿਹਾ, 3 ਇਕੱਠੇ ਚੱਲਣ, ਇੱਕ ਬਣ ਕੇ ਚੱਲਣ, ਤੇ ਕੋਈ ਇਹਨਾਂ ਨੂੰ ਬਦਲ ਨਹੀਂ ਸਕਦਾ। ਨਹੀਂ, ਮੇਰਾ ਸਵਾਲ ਅੱਧ ਚ ਰਹਿ ਗਿਆ। ਪ੍ਰੋਫੈਸਰ ਬਲਕਾਰ ਸਿੰਘ, ਜਿਹੜੇ ਮਿਨਿਸਟਰ ਕਿਹੋ ਜਿਹੇ ਹੋਣਗੇ ਜਾਂ ਚੰਗੇ ਹੋਣਗੇ, ਔਰ ਕਿਸ ਕੀ ਪੁਰਾਣੇ ਬਹੁਤੇ ਚਿਹਰੇ ਧਰਾਤੇ ਜਾਣਗੇ, ਜਾਂ ਉਹਨਾਂ ਚੋਂ ਕਾਫੀ ਜਿਹੜੇ ਆ ਉਹ ਰੱਖ ਲਏ ਜਾਣਗੇ ਪਾਸੇ? ਦੇਖੋ, ਮਿਨਿਸਟਰ ਤੇ ਉਹੋ ਜਿਹੇ ਹੋਣਗੇ ਜਿਹੋ ਜਿਹੇ ਪਹਿਲਾਂ, ਸਾਨੂੰ ਕੋਈ ਫਰਕ ਨਹੀਂ ਪੈਣਾ ਕਿ ਕੋਈ ਵੀ ਜਿਹੜਾ ਆਇਆ ਮਿਨਿਸਟਰ ਹੀ ਹੋਣਾ, ਤੇ ਮਤਲਬ ਮਿਨਿਸਟਰ ਨੇ ਤੇ ਡਿਪੈਂਡ ਕਰਦਾ ਵੀ ਪਰਫਾਰਮ ਕਰ। ਮੇਰਾ ਮਤਲਬ ਇਹ ਹੈ ਕਿ ਹੁਣ ਇਹ 3 ਬੰਦੇ ਜਿਹੜੇ ਨੇ ਟੀਮ ਬਣ ਗਏ ਨੇ। ਕੈਬਨਿਟ ਦਾ ਡਿਸੀਜਨ ਇਹਨਾਂ ਨੂੰ ਧੱਕੇ ਨਾਲ ਕਰਨਾ ਚਾਹੀਦਾ, ਜ਼ੋਰ ਨਾਲ ਕਰਨਾ ਚਾਹੀਦਾ, ਤੇ ਸਿੱਧੂ ਦੀ ਇੰਟਰਫੀਅਰੈਂਸ ਤੋਂ ਬਿਨਾਂ ਕਰਨਾ ਚਾਹੀਦਾ। ਇਹ ਧਿਆਨ ਰੱਖਣਾ ਚਾਹੀਦਾ ਕਿ ਅਮਰਿੰਦਰ ਵੀ ਅਕਾਮੋਡੇਟ ਹੋਵੇ ਤੇ ਸਿੱਧੂ ਵੀ ਅਕਾਮੋਡੇਟ ਹੋਵੇ, ਪਰ ਅਕਾਮੋਡੇਟ ਇਹਨਾਂ ਵੱਲੋਂ ਹੋਵੇ, ਤਾਂ ਕਿ ਇਮੇਜ ਜਿਹੜਾ ਪੰਜਾਬ ਵਿੱਚ ਇਹ ਜਾਵੇ ਕਿ ਸਰਕਾਰ ਜਿਹੜੀ ਹੈ ਉਹ ਕਾਰਗਰ ਹੈ। ਇਹ ਮਤਲਬ ਸਟਾਪ ਕੈਪ ਅਰੇਂਜਮੈਂਟ ਨਹੀਂ ਹੈ, ਇਹ ਕੰਮ ਕਰਨ ਵਾਸਤੇ ਆਈ ਹੈ ਤੇ ਕੰਮ ਕਰੇਗੀ। ਇੱਕ ਗੱਲ ਮੈਂ ਐਡ ਕਰ ਦਿਆਂ ਇੱਥੇ ਕਿ ਅਮਰਿੰਦਰ ਨੇ ਕੰਮ ਕੀਤੇ ਸਨ, ਉਹਨਾਂ ਤੇ ਚਿਪਕਾਈਆਂ ਹੋਈਆਂ ਗੱਲਾਂ 'ਚੋਂ ਉਹ ਓਲੇ ਨੇ, ਉਹ ਕੰਮ ਜਿਹੜੇ ਨੇ ਅੱਗੇ ਆਉਣੇ ਨੇ, ਔਰ ਇਹ ਟੀਮ ਜਿਹੜੀ ਹੈ ਇਹਨੂੰ ਕੰਮ ਅੰਦਰ ਅੱਗੇ ਲਿਆਉਣੇ ਪੈਣਗੇ। ਕੰਮ ਚੱਲੇ ਹੋਏ ਨੇ, ਉਹਨਾਂ ਨੂੰ ਸੰਪੰਨ ਕਰਨਾ ਹੈ, ਸੰਪੰਨ ਹੋ ਸਕਦੇ ਨੇ, ਔਰ ਇਹਦੇ ਵਾਸਤੇ ਉਹ ਜਿੱਦ ਨੇ ਕਿ ਸੰਪੰਨ ਕਰਨਾ ਹੈ। ਇਸ ਕਰਕੇ ਬੰਦੇ ਕੋਈ ਆ ਜਾਣ, ਉਹਨਾਂ 15 ਸਾਰੇ 17 MLA ਦੇ 15 ਕੋਈ ਆ ਜਾਣ, ਉਹਨਾਂ ਦੀ ਮਤਲਬ ਜਿਹੜੀ ਹੈ ਉਹ ਟੀਮ ਵਰਕ ਵਿੱਚ ਹੀ ਭੂਮਿਕਾ ਅੰਕੀ ਜਾ ਸਕਦੀ ਹੈ, ਕੱਲੇ ਦੀ ਨਹੀਂ ਅੰਕੀ ਜਾ ਸਕਦੀ। ਕੱਲੇ ਉਹ ਜੇ ਕਰਨ ਦੀ ਕੋਸ਼ਿਸ਼ ਕਰਨਗੇ ਤੇ ਫਿਰ ਉਹਦੀ ਭੂਮਿਕਾ ਜਿਹੜੀ ਹੈ ਉਹ ਖਿੰਡ ਜਾਏਗੀ, ਫਿਰ ਉਹ ਆਪਣੇ ਲਾਲਚ ਵਿੱਚ ਆ ਜਾਣਗੇ। ਬਹੁਤ ਮਿਹਰਬਾਨੀ ਪ੍ਰੋਫੈਸਰ ਸਾਹਿਬ, ਪ੍ਰੋਫੈਸਰ ਬਲਕਾਰ ਸਿੰਘ ਔਰ ਡਾਕਟਰ ਐਸਪੀ ਸਿੰਘ। ਜਦੋਂ ਤੱਕ ਇਹ ਪ੍ਰੋਗਰਾਮ ਤੁਹਾਡੇ ਕੋਲ ਹੋਵੇਗਾ, ਉਦੋਂ ਤੱਕ ਸ਼ਾਇਦ ਕੈਬਨਿਟ ਦੀ ਮੀਟਿੰਗ ਹੋ ਰਹੀ ਹੋਵੇਗੀ ਜਾਂ ਮੁੱਕ ਚੁੱਕੀ ਹੋਵੇਗੀ, ਔਰ ਕੇਜਰੀਵਾਲ ਤੇ ਕਾਲੀਆਂ ਨੂੰ ਇੱਕ ਤਰ੍ਹਾਂ ਨਾਲ ਕਾਰਨਰ ਕਰ ਦੇਣਗੇ ਚੰਨੀ ਜਦੋਂ 300 ਯੂਨਿਟ ਮਾਫ ਹੋਣ ਦੀ ਅਨਾਉਂਸਮੈਂਟ ਹੋਊਗੀ। ਪਾਣੀ ਦੇ ਪੁਰਾਣੇ ਬਿੱਲ ਜਿਹੜੇ ਆ ਉਹ ਪਿੰਡਾਂ ਦੇ ਜਾਂ ਬਾਕੀ ਉਹਨਾਂ ਦੀ ਮਾਫੀ ਦੀ ਗੱਲ ਹੋ ਚੁੱਕੀ ਆ। SIT ਸ਼ਾਇਦ ਨਸ਼ੇ ਤੇ ਵੀ ਕੋਈ ਨਵੀਂ ਬਣ ਜੇ। ਬਹੁਤ ਸਾਰੇ ਐਸੇ ਫੈਸਲੇ ਜਿਨ੍ਹਾਂ ਦੇ ਵਿੱਚ ਬਿਜਲੀ ਸਮਝੌਤਿਆਂ ਤੇ ਕੋਈ ਨਵੀਂ ਕਮੇਟੀ ਬਣ ਜੇ ਜਾਂ ਕੁਝ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਫੈਸਲੇ ਹੋਣ ਵਾਲੇ ਆ। ਤੁਸੀਂ ਟਿਕ ਲਾ ਕੇ ਦੇਖਦੇ ਰਹੋ। ਖੈਰ, ਆਪਾਂ ਲੋਕ ਦੇਖਣ ਤੋਂ ਬਿਨਾਂ ਕਰ ਵੀ ਕੀ ਸਕਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।